सतनाम श्री वाहेगुरु वाहेगुरु साहिब जीओ। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। तेरे कवण कवण गुण कह कह गावां, तू साहिब गुणी निधाना। तुमरी महिमा बरन ना साकों, तू ठाकुर ऊंच भगवाना। हों अपराधी गुनागार, हों बेमुख मंदा। चोर यार जुआर, पर घर जो हंदा। निंदक दुष्ट हराम खोर, ठग देश ठगंदा। काम क्रोध मद लोभ मोह, अहंकार करंदा। विश्वास घाती अकृत घण, मोको न रखंदा। सिमर मुरीदां ढाडियां, सतगुरु बख्शंदा। सतनाम श्री वाहिगुरु साहिब जीओ। श्री राग महला तीजा। मन मुख कर्म कमावणे, ज्यों दुहागण तन शिंगार। सेजै कंत ना आवई, नित नित होए खुआर। पिर का महल न पावई, ना दीसै घर बार। भाई रे एक मन नाम त्याए, संतां संगत मिल रहै। जप राम नाम सुख पाए रहाओ। गुरमुख सदा सोहागणी, पिर राखिया उर धार। मिठा बोलैं निव चलै, सेजै रवै पतार। शोभावंती सोहागणी, जिन गुर का हेत अपार। पूरै भाग सतगुर मिलै, जां भागै का उदो होए। अंतर दुख भ्रम कटियै, सुख प्राप्त होए। गुर कै भाणै जो चलै, गुर कै भाणै जो चलै। दुख न पावै कोय, गुर के भाणे विच अमृत है। सहजे पावै कोय, जिना प्रापत तिन पिया। हौमै विचों खोए, नानक गुरमुख नाम ध्याईऐ। सच मिलावा होए, नानक गुरमुख नाम ध्याईऐ। सच मिलावा होए। वाहिगुरु जी का खालसा, वाहिगुरु जी की फतेह। जुगो जुग अटल
ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਾਨ ਕੋਟਾਨ ਰਹਿਮਤ ਤੇ ਬਖਸ਼ਿਸ਼ ਬਣੀ ਹੈ, ਜੋ ਸਵਾਸ ਸਤਿਗੁਰੂ ਦੇ ਹੁਕਮ ਦੇ ਵਿੱਚ ਮਿਲੇ ਹਨ, ਉਹਨਾਂ ਨੂੰ ਸਫਲ ਬਣਾਉਂਦਿਆਂ ਹੋਇਆਂ ਗੁਰਬਾਣੀ ਦੀ ਵਿਚਾਰ ਤੇ ਗੁਰਮਤ ਦੇ ਨਾਲ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦੀ ਜੋ ਸਤਿਗੁਰੂ ਜੀ ਪ੍ਰੇਰਣਾ ਦੇ ਰਹੇ ਹਨ, ਉਹਨਾਂ ਦੇ ਰਾਹੀਂ ਇਹ ਸਵਾਸ ਸਫਲ ਕੀਤੇ ਜਾ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਚਿੱਤ ਵਿੱਚ ਗੁਰੂ ਦੀ ਮੱਤ ਵਸ ਜਾਵੇ ਤੇ ਅਸੀਂ ਹਰ ਵਕਤ ਮੈਂ ਮੇਰੀ ਕਰਨ ਦੀ ਬਜਾਏ ਸਤਿਗੁਰੂ ਗੁਰਦੇਵ ਜੀ ਦੇ ਹੁਕਮ ਦੇ ਨਾਲ ਤੂੰ ਕਰਤਾ ਤੂੰ ਹੁਆ ਵਾਲੇ ਸਬਕ ਤੇ ਤੁਰ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਸੋ ਅੱਜ ਦਾ ਸ਼ਬਦ ਇਸੇ ਪਰਥਾਏ ਹੈ। ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 31 ਦੇ ਉੱਪਰ 31 ਉੱਪਰ ਸੁਭਾਏਮਾਨ ਹੈ ਤੇ ਸ਼ਬਦ ਦਾ ਨੰਬਰ ਅੱਜ ਦਾ ਜਿਹੜਾ ਸ਼ਬਦ ਹੈ 46 ਨੰਬਰ ਸ਼ਬਦ 46 ਨੰਬਰ ਸ਼ਬਦ ਸ਼੍ਰੀ ਰਾਗ ਦਾ ਹੈ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ 13ਵਾਂ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ 4 ਬੰਦ ਨੇ ਤੇ 1 ਸਟੈਂਜਾ ਰਹਾਉ ਦਾ ਹੈ। 4 ਸਟੈਂਜੇ ਨੇ, 1 ਸਟੈਂਜਾ ਰਹਾਉ ਦਾ ਹੈ। ਕੁੱਲ ਮਿਲਾ ਕੇ 5 ਸਟੈਂਜੇ ਨੇ, ਪਰ ਰਹਾਉ ਦਾ ਸਟੈਂਜਾ ਤੇ ਪਹਿਲਾ ਸਟੈਂਜਾ ਕਾਊਂਟ 1 ਹੀ ਹੁੰਦਾ ਹੈ, ਕਿਉਂਕਿ ਅਕਸਰ ਵਿਚਾਰ ਰਹਾਉ ਦੇ ਬੰਦ ਤੋਂ ਹੀ ਆਪਾਂ ਪ੍ਰਾਰੰਭ ਕਰਦੇ ਹਾਂ, ਕਿਉਂਕਿ ਸਮੁੱਚੇ ਸ਼ਬਦ ਦਾ ਜਿਹੜਾ ਸੈਂਟਰਲ ਆਈਡੀਆ ਹੈ, ਜਿਹੜਾ ਕੇਂਦਰੀ ਭਾਵ ਹੈ, ਉਹ ਰਹਾਉ ਦੀਆਂ ਪੰਕਤੀਆਂ ਵਿੱਚ ਮੌਜੂਦ ਹੈ। ਤੋ ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਗੁਰਮਤ ਦੇ ਦੱਸੇ ਰਾਹ ਤੇ ਤੁਰ ਸਕੀਏ ਤੇ ਆਓ ਅੱਜ ਗੁਰੂ ਜੀ ਕੋਲੋਂ ਸਿੱਖੀਏ ਕਿ ਸਤਿਗੁਰੂ ਜੀ ਸਾਨੂੰ ਅੱਜ ਕੀ ਸਿਖਾ ਰਹੇ ਨੇ। ਅੱਜ ਦੇ ਦਿਨ ਵਿੱਚ ਸਤਿਗੁਰੂ ਜੀ ਸਾਨੂੰ ਕਿਹੋ ਜਿਹਾ ਜੀਵਨ ਜਿਉਣ ਦੀ ਤਾਕੀਦ ਕਰ ਰਹੇ ਹਨ। ਰਹਾਉ ਦੇ ਬੰਦ ਤੋਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਸਭ ਕਹਿੰਦੇ ਭਾਈ ਰੇ ਇੱਕ ਮਨ ਨਾਮ ਧਿਆਏ। ਹੁਣ ਜਿਵੇਂ ਆਪਾਂ ਕੱਲ ਸਰਵਣ ਕੀਤਾ ਸੀ, ਹੁਣ ਇੱਥੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਨੇ ਭਾਈ ਰੇ ਤੋਂ ਗੱਲ ਚਾਲੂ ਕੀਤੀ ਹੈ ਤੇ ਜਿਹੜਾ ਕੱਲ ਆਪਾਂ ਸ਼ਬਦ ਸਰਵਣ ਕੀਤਾ ਸੀ ਉਹਦੇ ਵਿੱਚ ਸ਼ਬਦ ਆਇਆ ਸੀ ਮਨ ਰੇ। ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਆਹ ਵਾਲਾ ਸ਼ਬਦ ਜਿਹੜਾ ਕੱਲ ਆਪਾਂ ਸਰਵਣ ਕੀਤਾ ਸੀ, ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਉਹਦੇ ਵਿੱਚ ਸੰਬੋਧਨ ਕੀਤਾ ਸੀ ਮਨ ਨੂੰ, ਆਪਣੇ ਆਪ ਨੂੰ ਵਿੱਚ ਰੱਖਿਆ ਸੀ। ਹੁਣ ਅੱਜ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਭਾਈ ਰੇ ਕਹਿ ਕੇ ਸੰਬੋਧਨ ਕਰ ਰਹੇ ਨੇ। ਕਹਿੰਦੇ ਹੇ ਮੇਰੇ ਵੀਰ, ਹੇ ਮੇਰੇ ਭਰਾ, ਜੇ ਤੂੰ ਪਰਿਪੂਰਨ ਪਰਮਾਤਮਾ ਦੇ ਬਾਰੇ ਜਾਣਨਾ ਚਾਹੁੰਦਾ, ਜੇ ਤੂੰ ਉਸ ਸੱਚੇ ਨਿਰੰਕਾਰ ਦੀ ਸਾਰੀ ਕਥਾ ਨੂੰ ਸਮਝਣਾ ਚਾਹੁੰਦਾ, ਫਿਰ ਤੇਰੇ ਮਨ ਨੂੰ ਇਕਾਗਰ ਹੋਣਾ ਪਵੇਗਾ। ਕਿਉਂ ਭਲਾ ਇਹ ਗੱਲ ਕਹੀ ਹੈ? ਕਿਉਂਕਿ ਮਨ ਦਾ ਸੁਭਾਅ ਚੰਚਲਤਾਈ ਦਾ ਹੈ। ਅਸੀਂ ਭਾਵੇਂ ਉਮਰ ਦੇ ਪੜਾਵਾਂ ਦੇ ਵਿੱਚ ਆਪਣੇ ਆਪ ਨੂੰ ਸਿਆਣੇ ਕਹਿੰਦੇ ਹੋਈਏ, ਕੋਈ ਆਪਣੇ ਆਪ ਨੂੰ ਕਹਿੰਦਾ ਹੋਵੇ ਜੀ ਮੇਰੀ ਜੀ ਹੁਣ 60-70 ਸਾਲ ਦੀ ਉਮਰ ਹੈ, ਕੋਈ ਕਵੇ ਮੇਰੀ 90 ਸਾਲ ਦੀ ਉਮਰ ਹੈ ਤੇ ਮੈਂ ਹੁਣ ਬਹੁਤ ਸਿਆਣਾ ਤੇ ਸਮਝਦਾਰ ਹੋ ਗਿਆ। ਇਹ ਦੁਨੀਆ ਦੀ ਨਿਗਾਹ ਦੇ ਵਿੱਚ ਸਾਡੇ ਚਿੱਟੀ ਦਾੜੀ ਹੋ ਗਈ ਹੋਵੇਗੀ, ਪਰ ਆਪਣੇ ਮਨ ਨੂੰ ਪੁੱਛ ਕੇ ਵੇਖੋ ਕਿ ਅਸੀਂ ਸਿਆਣੇ ਆ ਕਿ ਨਿਆਣੇ ਹੀ ਆ। ਜੇ ਸਾਡਾ ਮਨ ਚੜ੍ਹਦੀ ਕਲਾ 'ਚ ਨਹੀਂ, ਜੇ ਸਾਡੇ ਮਨ ਉੱਤੇ ਸਿਆਣਪ ਦਾ ਜਿਹੜਾ ਨਕਾਬ ਅਸੀਂ ਓੜਿਆ ਹੋਇਆ ਹੈ, ਜਿਹਨੂੰ ਅਹੰਕਾਰ ਤੇ ਹਉਮੈ ਦਾ ਕਹਿੰਦੇ ਆ, ਉਹ ਸਿਆਣਪ ਦੀ ਨਿਸ਼ਾਨੀ ਨਹੀਂ। ਸਿਆਣਪ ਇਹ ਹੈ ਕਿ ਜਿਵੇਂ ਜਿਵੇਂ ਉਮਰ ਦੇ ਪੜਾਅ ਵੱਧਦੇ ਜਾਂਦੇ ਨੇ, ਮਨੁੱਖ ਦੇ ਜੀਵਨ 'ਚ ਗੰਭੀਰਤਾ ਆ ਜਾਣੀ ਚਾਹੀਦੀ ਹੈ। ਮਨੁੱਖ ਦੇ ਅੰਦਰ ਇਹ ਭਾਵਨਾ ਸਤਿਗੁਰੂ ਦੀ ਕਿਰਪਾ ਨਾਲ ਬਣ ਜਾਣੀ ਚਾਹੀਦੀ ਹੈ ਕਿ ਮੇਰੇ ਕਰਮ ਹੁਣ ਮੇਰੇ ਪੋਤੇ ਮੇਰੇ ਪੁੱਤਰਾਂ ਨੇ ਵਾਚਣੇ ਨੇ।
ਮੈਂ ਉਹ ਕੰਮ ਕਰਨੇ ਨੇ ਜਿਨ੍ਹਾਂ ਕੰਮਾਂ ਨੂੰ ਕੀਤਿਆਂ ਮੇਰਾ ਬੱਚਾ ਤੇ ਜਾਂ ਮੇਰਾ ਪੋਤਰਾ ਮੇਰੇ ਤੋਂ ਪ੍ਰਭਾਵਿਤ ਹੋਵੇ। ਹੁਣ ਜੇ ਮੈਂ ਦਾਦਾ ਬਣ ਕੇ ਵੀ ਹਜੇ ਕੰਮ ਕੋਈ ਚੰਗਾ ਨਹੀਂ ਕਰ ਸਕਿਆ, ਮੈਂ ਆਪਣੇ ਪੋਤਰਿਆਂ ਆਪਣੇ ਪੁੱਤਰਾਂ ਨਾਲ ਬਹਿ ਕੇ ਉਹੀ ਅਸ਼ਲੀਲਤਾ ਦੀਆਂ ਗੱਲਾਂ ਮਜ਼ਾਕ ਹਾਸੀ ਉਡਾ ਰਿਹਾ, ਇਹਦਾ ਮਤਲਬ ਵੀ ਹਜੇ ਮੇਰੇ ਜੀਵਨ ਦੇ ਵਿੱਚ ਬਚਪਨਾ ਹੀ ਹੈ, ਸਿਆਣਪ ਗੰਭੀਰਤਾ ਨਹੀਂ ਆਈ। ਕਿਉਂਕਿ ਮਨ ਦੀ ਜਿਹੜੀ ਚੰਚਲਤਾਈ ਆ ਨਾ, ਇਹ ਜ਼ਰੂਰੀ ਨਹੀਂ ਕਿ ਉਮਰ ਦੇ ਪੜਾਵਾਂ ਦੇ ਨਾਲ ਟਿਕੇ। ਕਈ ਵਾਰੀ ਨਿੱਕਾ ਜਿਹਾ ਬਾਲਕ ਬੜਾ ਸਿਆਣਾ ਤੇ ਬੜਾ ਗੰਭੀਰ ਹੁੰਦਾ ਹੈ। ਤੇ ਇੱਕ ਗੱਲ ਚੇਤੇ ਰੱਖਿਓ, ਸੰਸਾਰ ਦੇ ਵਿੱਚ ਕਦਰ ਉਮਰ ਪੜਾਵਾਂ ਕਰਕੇ ਜਿਹੜੀ ਨਾ ਉਹ ਡਰਾਵੇ ਦੀ ਕਦਰ ਹੈ। ਕੋਈ ਮਨੁੱਖ ਆਖੇ ਕਿ ਮੈਂ ਬੁੱਢਾ ਹੋ ਗਿਆ ਤੇ ਹੁਣ ਮੇਰਾ ਸਤਿਕਾਰ ਹੋਵੇ, ਹੋ ਜਾਵੇਗਾ ਕੁਝ ਪਲ, ਪਰ ਜਦੋਂ ਉਹ ਮੂੰਹ ਤੋਂ ਬੋਲੇਗਾ ਸਤਿਕਾਰ ਉੱਥੋਂ ਪੈਦਾ ਹੋਣਾ ਹੈ। ਕਈ ਵਾਰੀ ਮੈਂ ਬੜੀ ਵਾਰੀ ਉਦਾਹਰਨ ਦਿੱਤੀ ਹੈ, ਖਿਆਲ ਕਰਨਾ। ਕਈ ਮਨੁੱਖ ਉਮਰ ਦੇ ਪੜਾਵਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ, ਪਰ ਨਿਆਣੇ ਮਖੌਲ ਬੱਚੇ ਜਿਹੜੇ ਉਹਨਾਂ ਨੂੰ ਮਖੌਲ ਕਰਨ ਲੱਗ ਪੈਂਦੇ ਨੇ, ਉਹ ਬੁੜਿਆ ਕੀ ਕਰਦਾ, ਉਹ ਬਾਪੂ ਕੀ ਕਰਦਾ। ਹੁਣ ਜ਼ਾਹਰਾ ਜੀ ਗੱਲ ਹੈ ਕਿ ਉਸ ਬਜ਼ੁਰਗ ਦੇ ਅੰਦਰ ਕੋਈ ਕਮੀ ਹੈ, ਜਿਹਦੇ ਕਰਕੇ ਉਹ ਉਸ ਨੌਜਵਾਨ ਦੇ ਹਿਰਦੇ ਉੱਤੇ ਪ੍ਰਭਾਵ ਨਹੀਂ ਪਾ ਸਕਿਆ ਕਿ ਉਹ ਨੌਜਵਾਨ ਉਹਨੂੰ ਅਦਬ ਸਤਿਕਾਰ ਨਾਲ ਬੁਲਾਉਂਦਾ। ਹੁਣ ਜੇ ਬੁੱਢਿਆਂ ਨੇ ਪਾਰਕਾਂ 'ਚ ਬਹਿ ਕੇ ਤਾਸ਼ਾਂ ਹੀ ਖੇਡਣੀਆਂ ਨੇ, ਜੇ ਗੁਰਦੁਆਰਿਆਂ ਦੀ ਜੂਹ ਵਿੱਚ ਬਹਿ ਕੇ ਉੱਥੇ ਤਾਸ਼ਾਂ ਹੀ ਖੇਡਣੀਆਂ ਨੇ, ਤੇ ਕੀ ਪ੍ਰਭਾਵ ਉਹ ਦੇਣਗੇ ਨੌਜਵਾਨਾਂ ਨੂੰ। ਅੱਜ ਇਹੀ ਕੁਝ ਹੋ ਰਿਹਾ ਗੁਰਦੁਆਰਿਆਂ 'ਚ, ਵਿਹਲੇ ਟਾਈਮ ਉੱਤੇ ਤਾਸ਼ਾਂ ਖੇਡੀਆਂ ਜਾ ਰਹੀਆਂ ਨੇ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਤੈਨੂੰ ਤੇ ਸਿਆਣਾ ਬਣਨਾ ਚਾਹੀਦਾ ਸੀ, ਪਰ ਇਹ ਮਨ ਸਿਆਣਾ ਨਹੀਂ ਬਣ ਪਾਉਂਦਾ। ਮਨ ਚੰਚਲ ਦਾ ਚੰਚਲ ਹੀ ਰਹਿੰਦਾ ਹੈ, ਕਿਉਂਕਿ ਇਸ ਮਨ ਨੇ ਰੰਗ ਲਾਏ ਨੇ ਵੱਖਰੇ ਵੱਖਰੇ। ਇਹ ਵੱਖ-ਵੱਖ ਤਰੀਕੇ ਨਾਲ ਵਿਚਰਦਾ ਹੈ, ਇਹ ਵੱਖ-ਵੱਖ ਸੁਭਾਵਾਂ ਦੇ ਵਿੱਚ ਵਿਚਰਦਾ ਹੈ। ਇਸ ਮਨ ਦੇ ਆਪਣੇ ਕੱਪੜੇ ਨੇ, ਜਿਵੇਂ ਆਪਾਂ ਤਨ ਢੱਕਣ ਲਈ ਕੱਪੜੇ ਪਾਉਂਦੇ ਹਾਂ ਨਾ, ਕੋਈ ਪੈਂਟ ਕਮੀਜ਼ ਪਾਉਂਦਾ ਹੈ, ਕੋਈ ਕੁੜਤਾ ਪਜਾਮਾ ਪਾਉਂਦਾ ਹੈ, ਕੋਈ ਕੁਝ ਕੱਪੜੇ ਪਾਉਂਦਾ ਹੈ, ਇਵੇਂ ਹੀ ਮਨ ਦੇ ਵੀ ਕੱਪੜੇ ਨੇ। ਮਨ ਵੱਖ-ਵੱਖ ਕੱਪੜੇ ਪਾਉਂਦਾ ਹੈ, ਜਿਹੋ ਜਿਹਾ ਸਮਾਂ ਹੁੰਦਾ ਉਹੋ ਜਿਹੇ ਕੱਪੜੇ ਪਾ ਲੈਂਦਾ ਹੈ। ਇਹ ਨਹੀਂ ਕਿ ਇਹ ਮਨ ਦਾ ਇੱਕ ਹੀ ਰੂਪ ਹੈ, ਇਹਦੇ ਬੜੇ ਰੂਪ ਨੇ। ਹੁਣ ਸਤਿਗੁਰੂ ਕਹਿੰਦੇ ਇਹਦੇ ਬਹੁਤਾਤ ਰੂਪ ਹੋਣ ਕਰਕੇ ਹੀ ਇਹ ਮਨ ਗੰਭੀਰਤਾ ਵਿੱਚ ਨਹੀਂ ਆ ਰਿਹਾ, ਟਿਕਾਵ ਵਿੱਚ ਨਹੀਂ ਆ ਰਿਹਾ। ਜੇ ਇਹ ਗੰਭੀਰ ਹੋ ਜਾਵੇ, ਸਮਝਦਾਰ ਬਣ ਜਾਵੇ, ਇੱਕ ਅਕਾਲ ਪੁਰਖ ਦੇ ਉੱਤੇ ਨਿਸ਼ਚੈ ਤੇ ਭਰੋਸਾ ਬਣਾ ਲਵੇ, ਤੇ ਸਭ ਕਹਿੰਦੇ ਫਿਰ ਇਸ ਮਨ ਵਰਗਾ ਦੇਵਤਾ ਵੀ ਕੋਈ ਨਹੀਂ। ਇਹ ਮਨ ਲੈ ਤੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾतें ਕਹੇ। ਸਤਿਗੁਰੂ ਕਹਿੰਦੇ ਜੇ ਇਹ ਮਨ ਗੁਰੂ ਦੀ ਮੱਤ ਦੇ ਉੱਤੇ ਤੁਰ ਪਵੇ, ਫਿਰ ਇਹਦੇ ਵਰਗਾ ਗੰਭੀਰ ਵੀ ਕੋਈ ਨਹੀਂ, ਫਿਰ ਇਹਦੇ ਵਰਗਾ ਬਹਾਦਰ ਸੂਰਮਾ ਵੀ ਕੋਈ ਨਹੀਂ। ਕਿਉਂਕਿ ਮਨੁੱਖ ਦਾ ਮਨ ਹੀ ਬਹਾਦਰ ਹੋਣਾ ਚਾਹੀਦਾ। ਜੇ ਮਨੁੱਖ ਦਾ ਮਨ ਕਮਜ਼ੋਰ ਹੈ ਤੇ ਮਨੁੱਖ ਕੋਈ ਵੀ ਵੱਡਾ ਫੈਸਲਾ ਨਹੀਂ ਲੈ ਸਕੇਗਾ। ਮਨੁੱਖ ਦਾ ਮਨ ਮਜ਼ਬੂਤ ਹੈ, ਇਹ ਵੱਡੇ ਤੋਂ ਵੱਡੇ ਫੈਸਲੇ ਲੈਣ ਦੇ ਵਿੱਚ ਤਤਪਰ ਹੋਵੇਗਾ। ਤੋ ਇਸੇ ਕਰਕੇ ਸਤਿਗੁਰੂ ਜੀ ਨੇ ਬਾਰ-ਬਾਰ ਮਨ ਨੂੰ ਸਮਝਾਇਆ। ਤੁਸੀਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹੀਏ ਨਾ, ਤੇ ਸਾਹਿਬ ਕਹਿੰਦੇ ਇਹ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ। ਇਹਦਾ ਮਤਲਬ ਵੀ ਮਨ ਦਾ ਸੁਭਾਅ ਪਲ ਪਲ ਤੇ ਚੁਤਰਾਈਆਂ ਵਿਖਾਉਣ ਦਾ ਹੈ, ਸਿਆਣਪਾਂ ਕਰਨ ਦਾ ਹੈ, ਉਹ ਦੱਸਣ ਦਾ ਹੈ ਜੋ ਇਹ ਹੈ ਨਹੀਂ। ਮਨ ਬਹੁਤਾਤ ਉਹ ਦੱਸਦਾ ਹੈ ਜੋ ਇਹ ਹੁੰਦਾ ਨਹੀਂ। ਹੁਣ ਮੈਂ ਧਰਮੀ ਹੈ ਕੋਈ ਨਹੀਂ, ਮੇਰੇ ਅੰਦਰ ਮੈਨੂੰ ਪਤਾ ਹੀ ਨਹੀਂ ਵੀ ਧਰਮ ਦੀ ਪਰਿਭਾਸ਼ਾ ਕੀ ਹੈ, ਪਰ ਮੈਂ ਵਿਖਾਵਾ ਇਹ ਕਰਨਾ ਚਾਹੁੰਦਾ ਬਾਹਰ ਦੇ ਕਰਮ ਕਾਂਡਾਂ ਤੋਂ ਕਿ ਮੈਂ ਧਰਮੀ ਹਾਂ। ਹੁਣ ਇਹ ਮਨ ਵਿਖਾ ਰਿਹਾ ਹੈ ਨਹੀਂ ਇਹ ਮਨ। ਤੇ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਤੁਰ ਪਿਆ ਨਾ, ਉਹ ਜਿਹੋ ਜਿਹਾ ਹੈ ਉਹੋ ਜਿਹਾ ਹੀ ਹੈ। ਉਹਨੂੰ ਲੋਕਾਂ ਨੂੰ ਵਿਖਾਉਣ ਦੀ ਲੋੜ ਨਹੀਂ ਕਿ ਮੈਂ ਕੀ ਹਾਂ, ਉਹਨਾਂ ਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਮੈਂ ਕੀ ਹਾਂ। ਉਹਦਾ ਜੀਵਨ ਬੜਾ ਸਾਦਾ, ਬੜਾ ਨਿਰਮਲ, ਬੜਾ ਨਿਆਰਾ, ਬੜਾ ਪਵਿੱਤਰ। ਐਸਾ ਮਨੁੱਖ ਕਦੀ ਦੁਖੀ ਹੋ ਹੀ ਨਹੀਂ ਸਕਦਾ। ਐਸਾ ਮਨੁੱਖ ਦੇ ਚਿਹਰੇ ਉੱਤੇ ਤੁਸੀਂ ਦੁੱਖ ਦੀ ਪੀੜਾ ਵੇਖੋਗੇ ਹੀ ਨਹੀਂ, ਕਿਉਂਕਿ ਉਹਦੀ ਜ਼ਿੰਦਗੀ ਇੱਕ ਡਿਸਿਪਲਿਨ ਵਿੱਚ ਹੈ। ਉਹਦੇ ਮਨ ਦੇ ਉੱਤੇ ਕੰਟਰੋਲ ਹੈ, ਉਹਦੀਆਂ ਇੱਛਾਵਾਂ ਦੇ ਉੱਪਰ ਉਹਦਾ ਕੰਟਰੋਲ ਹੈ, ਉਹਦੀਆਂ ਮਨੋਕਾਮਨਾਵਾਂ ਭਾਵਨਾਵਾਂ ਦੇ ਉੱਪਰ ਉਹਦਾ ਕੰਟਰੋਲ ਹੈ। ਤੇ ਜਿਸ ਮਨੁੱਖ ਦਾ ਆਪਣੇ ਆਪ ਉੱਤੇ ਕੰਟਰੋਲ ਆ ਨਾ, ਉਹ ਦੁਨੀਆ ਦਾ ਰਾਜਾ ਬਣ ਸਕਦਾ ਹੈ। ਤੇ ਜਿਹਦਾ ਆਪਣੇ ਆਪ ਤੇ ਕੰਟਰੋਲ ਨਹੀਂ, ਆਪਣੀਆਂ ਵਿਚਾਰਾਂ ਤੇ ਕੰਟਰੋਲ ਨਹੀਂ, ਆਪਣੇ ਮਨ ਤੇ ਕੰਟਰੋਲ ਨਹੀਂ, ਆਪਣੀਆਂ ਬਿਰਤੀਆਂ ਤੇ ਕੰਟਰੋਲ ਨਹੀਂ, ਐਸਾ ਮਨੁੱਖ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦਾ। ਤੋ ਸਤਿਗੁਰੂ ਗੁਰਦੇਵ ਜੀ ਕਹਿੰਦੇ ਨੇ, ਭਾਈ ਰੇ ਇੱਕ ਮਨ ਨਾਮ ਤੇ ਆਏ। ਹੇ ਮੇਰੇ ਵੀਰ,
हे मेरे भरा, जे तू उस परिपूर्ण परमात्मा ਨੂੰ ਜਾਣਨਾ ਚਾਹੁੰਦਾ ਹੈ, ਜੇ ਉਸ ਸੁਪਰ ਨੈਚੁਰਲ ਪਾਵਰ ਨੂੰ ਸਮਝਣਾ ਚਾਹੁੰਦਾ ਹੈ, ਤੇ ਤੈਨੂੰ ਇਕਾਗਰ ਹੋਣਾ ਪਵੇਗਾ। ਇਕਾਗਰ ਮੀਨਸ ਆ ਜਿਹੜਾ ਮਨ ਆਲੇ ਦੁਆਲੇ ਮਾਇਆ ਦੀ ਦੌੜ ਰਿਹਾ ਨਾ, ਮੋਹ ਦੀਆਂ ਜੰਜੀਰਾਂ ਵਿੱਚ ਫਸਿਆ ਹੋਇਆ ਹੈ, ਕਾਮ ਵਾਸ਼ਨਾਵਾਂ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ ਗਰਸਿਆ ਹੋਇਆ ਹੈ, ਇੱਥੋਂ ਕੱਢਣਾ ਪਊਗਾ, ਇੱਥੋਂ ਕੱਢਣਾ ਪਊਗਾ ਤੇ ਇਕਾਗਰ ਕਰਨਾ ਪਊਗਾ ਗੁਰੂ ਸ਼ਬਦ, ਗੁਰੂ ਗਿਆਨ ਦੇ ਵਿੱਚ, ਗੁਰੂ ਦੀ ਸਮਝ ਦੇ ਵਿੱਚ, ਗੁਰਮਤ ਵਿੱਚ। ਤੇ ਜਿੱਦਣ ਇਹ ਮਨ ਉੱਥੇ ਇਕਾਗਰ ਹੋਵੇਗਾ, ਉਦਣ ਸੱਚ ਜਾਣਿਓ ਇਹਨੂੰ ਗੁਰੂ ਦੇ ਮਤ ਦਾ ਜਿਹੜਾ ਆਨੰਦ ਆ ਨਾ, ਜਿਹੜਾ ਸਹਿਜ ਦੇ ਜੀਵਨ 'ਚ ਆਉਣਾ ਸ਼ੁਰੂ ਹੋਵੇਗਾ, ਉਹ ਇੱਕ ਆਪਣੇ ਆਪ ਦੇ ਵਿੱਚ ਬਦਲਾਵ ਹੋਵੇਗਾ। ਸਭ ਕਹਿੰਦੇ ਹੇ ਮੇਰੇ ਵੀਰ, ਭਾਈ ਰੇ ਇੱਕ ਮਨ ਨਾਮ ਤੇ ਆਏ। ਹੇ ਮੇਰੇ ਵੀਰ, ਇਕਾਗਰ ਹੋ ਤੇ ਕੌਨਸਨਟਰੇਟ ਕਰ ਆਪਣੇ ਸੁਭਾਅ ਨੂੰ, ਆਪਣੇ ਮਨ ਨੂੰ, ਤੇ ਇਕਾਗਰ ਹੋ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਸਮਝਣ ਵਾਸਤੇ ਸਤਿਗੁਰੂ ਕੇ ਚਰਨਾਂ ਵਿੱਚ ਆ, ਗੁਰੂ ਦੀ ਮਤ ਨਾਲ ਜੁੜ, ਗੁਰੂ ਸ਼ਬਦ ਨਾਲ ਜੁੜ। ਹੁਣ ਅਗਲੀ ਪੰਕਤੀਆਂ ਨੇ, ਸੰਤਾਂ ਸੰਗਤ ਮਿਲ ਰਹਿ, ਜਪ ਰਾਮ ਨਾਮ ਸੁਖ ਪਾਏ। ਹੁਣ ਇਹਦੇ ਵਿੱਚ ਬਹੁਤਾਤ ਮਨੁੱਖ ਭਟਕੇ ਪਏ ਨੇ, ਕਿਉਂਕਿ ਸ਼ਬਦ ਨੂੰ ਅਸੀਂ ਮੂਲ ਮੰਤਰ ਦੀ ਕਸਵੱਟੀ ਤੇ ਨਹੀਂ ਨਾ ਸਮਝ ਰਹੇ, ਇਸੇ ਕਰਕੇ ਭਟਕੇ ਆ। ਹੁਣ ਜਿੱਥੇ ਸੰਤਾਂ ਸੰਗਤ ਆਵੇਗੀ, ਸਾਡਾ ਧਿਆਨ ਸਿੱਧਾ ਉਹਨਾਂ ਤੇ ਜਾਵੇਗਾ ਕਿ ਸ਼ਾਇਦ ਕਿਸੇ ਬਾਹਰ ਦੇ ਸੰਤਾਂ ਦੀ ਬਾਤ ਸਤਿਗੁਰੂ ਕਰ ਰਿਹਾ, ਕਿ ਕਿਸੇ ਡੇਰੇ ਤੇ ਜਾਣ ਦੀ ਗੱਲ ਕਰ ਰਿਹਾ, ਕਿਸੇ ਪਖੰਡੀ ਕੋਲ ਜਾਣ ਦੀ ਗੱਲ ਕਰ ਰਿਹਾ। ਮਾਫ ਕਰ ਦਿਓ, ਬਿਲਕੁਲ ਵੀ ਨਹੀਂ। ਸਤਿਗੁਰੂ ਗੁਰੂ ਨਾਨਕ ਦਾ ਘਰ ਕਿਸੇ ਦੇਹਧਾਰੀ ਦੀ ਪੂਜਾ ਵੱਲ ਪ੍ਰੇਰਿਤ ਹੀ ਨਹੀਂ ਕਰਦਾ। ਹੁਣ ਇੱਥੇ ਸੰਤਾਂ ਸੰਗਤ ਮਿਲ ਰਿਹਾ ਹੈ। ਕਿਹੜਾ ਸੰਤ? ਸੰਤ ਕੋਈ ਦੇਹ ਨਹੀਂ, ਇੱਥੇ ਸੰਤ ਕੋਈ ਕਿਸੇ ਮਨੁੱਖ ਨੂੰ, ਟਿਪੀਕਲ ਮਨੁੱਖ ਨੂੰ ਨਹੀਂ ਸੱਚੇ ਪਾਤਸ਼ਾਹ ਨੇ ਇੱਥੇ ਪੁਆਇੰਟ ਆਊਟ ਕੀਤਾ। ਇੱਥੇ ਸੰਤ ਦਾ ਅਰਥ ਹੈ ਸਤਿਗੁਰੂ ਧੰਨ, ਗੁਰਬਾਣੀ, ਗੁਰੂ ਸ਼ਬਦ, ਗੁਰੂ ਗਿਆਨ, ਜਿੱਥੋਂ ਸੱਚ ਦਾ ਪ੍ਰਗਾਸ ਹੁੰਦਾ ਹੈ। ਗੁਰੂ ਸ਼ਬਦ ਕੀ ਹੈ? ਸੱਚ। ਹੁਣ ਸੰਗਤ ਕਿਹਦੀ ਕਰਨੀ ਹੈ? ਧੰਨ ਗੁਰਬਾਣੀ, ਗੁਰੂ ਸ਼ਬਦ, ਗੁਰੂ ਗ੍ਰੰਥ ਸਾਹਿਬ ਦੀ। ਅਸੀਂ ਕਿਸੇ ਹੋਰ ਦੀ ਸੰਗਤ ਕਰਨੀ ਨਹੀਂ, ਮਨੁੱਖ ਦੀ ਸੰਗਤ ਕਰਾਂਗੇ। ਮਨੁੱਖ ਦੇ ਵਿੱਚ ਵਿਕਾਰ ਨੇ, ਸਾਡੇ ਅੰਦਰ ਆਉਣਗੇ। ਮੁਕੰਮਲ ਕੌਣ ਹੈ? ਪੂਰਨ ਕੌਣ ਹੈ? ਸੰਪੂਰਨ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ, ਸਤਿਗੁਰ ਕੀ ਪਾਵਨ ਬਾਣੀ, ਗੁਰੂ ਕੇ ਉਪਦੇਸ਼, ਗੁਰੂ ਕੇ ਸਿਧਾਂਤ। ਹੁਣ ਸੰਗਤ ਕਿਹਦੀ ਕਰਨੀ ਹੈ? ਗੁਰੂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ ਦੀ। ਸੰਤਾਂ ਸੰਗਤ ਮਿਲ ਰਹਿ। ਜਦੋਂ ਤੋਂ ਗੁਰੂ ਸ਼ਬਦ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਮਿਲਿਆ ਰਵੇਂਗਾ, ਆਪਣੇ ਆਪ ਨੂੰ ਗੁਰੂ ਦੀ ਸੰਗਤ ਵਿੱਚ ਟਿਕਾ ਦੇਵੇਂਗਾ। ਕਿਉਂਕਿ ਸੰਤ ਸ਼ਬਦ ਬੜੀ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ 'ਚ ਆਇਆ, ਬੜੀ ਵਾਰ ਆਇਆ। ਇਹਦੇ ਉੱਤੇ ਲੋਕਾਂ ਨੇ ਆਪਣੇ ਡੇਰੇ ਪ੍ਰਮੋਟ ਕਰ ਲਏ, ਤੇ ਸਾਡੇ ਲੋਕਾਂ ਨੇ, ਤੁਸੀਂ ਦੇਖੋ ਆਸਾ ਕੀ ਵਾਰ ਨੂੰ ਕਿਉਂ ਨਹੀਂ ਪੜ੍ਹਾਇਆ ਜਾ ਰਿਹਾ? ਕਦੀ ਤੁਸੀਂ ਆਸਾ ਕੀ ਵਾਰ ਦੇ 40 ਪਾਠ ਹੁੰਦੇ ਵੇਖੇ ਨੇ? ਕਦੇ ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਮੇਰੀਆਂ ਬੱਚੀਆਂ ਨੂੰ ਕਦੀ ਇਹ ਸੁਣਦਿਆਂ ਵੇਖਿਆ ਕਿ ਅਸੀਂ ਜੀ ਅੱਜ 101 ਪਾਠ ਆਸਾ ਕੀ ਵਾਰ ਦਾ ਕੀਤਾ? ਨਹੀਂ, ਕਦੀ ਨਹੀਂ ਤੁਸੀਂ ਸੁਣੋਗੇ। ਕਿਉਂਕਿ ਆਸਾ ਕੀ ਵਾਰ ਕਰਮ ਕਾਂਡਾਂ ਤੇ ਪਖੰਡਾਂ ਤੋਂ ਵਰਜਦੀ ਹੈ। ਉਹ ਕਦੀ ਵੀ ਨਹੀਂ ਸਾਧ ਕਹੂਗਾ ਅਖੌਤੀ ਵੀ ਤੂੰ ਆਸਾ ਕੀ ਵਾਰ ਦੀ ਬਾਣੀ ਪੜ੍ਹ, ਤੂੰ ਆਸਾ ਕੀ ਵਾਰ ਦਾ ਪਾਠ ਕਰਿਆ ਕਰ, ਕਦੀ ਵੀ ਨਹੀਂ ਕਹੂਗਾ। ਕਿਉਂਕਿ ਜਿਹਨੂੰ ਆਸਾ ਕੀ ਵਾਰ ਸਮਝ ਆ ਗਈ, ਉਹਨੇ ਤੇ ਇਹਨਾਂ ਪਖੰਡੀਆਂ ਦੇ ਕੋਲ ਜਾਣਾ ਹੀ ਨਹੀਂ। ਜਿੰਨੇ ਇਹ ਪੜ੍ਹ ਲਿਆ, ਵੱਡੀਏ ਹੱਥ ਦਲਾਲ ਕੇ ਮੁਸਵੀਏ ਕਰੇ ਕਿ ਵਿੱਚ ਦਲਾਲ ਦੀ ਲੋੜ ਹੀ ਨਹੀਂ ਸਾਨੂੰ ਕੋਈ, ਉਹਨੇ ਉਧਰਲੇ ਬੰਨੇ ਜਾਣਾ ਹੀ ਨਹੀਂ। ਪਰ ਇਹ ਡਰਦੇ ਨੇ ਆਸਾ ਕੀ ਵਾਰ ਤੋਂ। ਇਸੇ ਕਰਕੇ ਆਸਾ ਕੀ ਵਾਰ ਗੁਰਦੁਆਰਿਆਂ ਵਿੱਚ ਸਵੇਰ ਪੜ੍ਹਾ ਲਈ ਜਾਂਦੀ ਹੈ ਬਸ, ਜਦ ਕਿ ਆਸਾ ਕੀ ਵਾਰ ਜੀਵਨ ਦੀ ਮਰਿਆਦਾ ਹੈ। ਹਰ ਇੱਕ ਸਿੱਖ ਦੇ ਜੀਵਨ ਦਾ ਨਿਤਨੇਮ ਹੈ ਕਿ ਕਿਹੋ ਜਿਹੇ ਜੀਵਨ ਦੀ ਘਾਟ ਘੜਨੀ ਚਾਹੀਦੀ ਹੈ। ਹੁਣ ਆਸਾ ਕੀ ਵਾਰ ਜੇ ਪੜ੍ਹਾਉਣਾ ਸ਼ੁਰੂ ਕਰਨਗੇ, ਕਰਮ ਕਾਂਡ ਖਤਮ ਹੋਣਗੇ। ਹੁਣ ਆਸਾ ਕੀ ਵਾਰੇ ਪੜ੍ਹਾਉਣਾ ਨਹੀਂ ਚਾਹੁੰਦੇ। ਸੁਖਮਨੀ ਸਾਹਿਬ ਦੇ ਵਿੱਚ ਆਪਣੇ ਤਰੀਕੇ ਨਾਲ ਇਮੋਸ਼ਨਲੀ ਬਲੈਕਮੇਲ ਕਰਕੇ, ਦੇਖੋ ਜੀ ਉਹਦੇ ਵਿੱਚ ਦੇਖੋ ਸੁਖਮਨੀ ਸਾਹਿਬ 'ਚ ਲਿਖਿਆ ਸੰਤ ਕਾ ਨਿੰਦਕ ਮਾਂ ਅਤਾਈ। ਹੁਣ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਵਿੱਚ ਇੱਕ ਬੜੀ ਕਮਾਲ ਕੀਤੀ। ਗੁਰੂ ਅਰਜਨ ਦੇਵ ਜੀ ਜਾਣਦੇ ਸਨ, ਜਿਹੜਾ ਇਹ ਮਨੁੱਖ ਆ ਨਾ, ਇਹ ਬੜਾ ਪਖੰਡੀ ਹੈ। ਇਹ ਆਪਣੀ ਮਰਜ਼ੀ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਜਦੋਂ ਮਰਜ਼ੀ ਇਹ ਧਰਮ ਦਾ ਬਾਣਾ ਪਾ ਕੇ ਗੁੰਮਰਾਹ ਕਰ ਸਕਦਾ ਹੈ। ਤਾਂ ਸਤਿਗੁਰੂ ਜੀ ਨੇ ਜਦੋਂ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਉਚਾਰਨ ਕੀਤੀ, ਉਹਦੇ ਵਿੱਚ ਜਦੋਂ
ਅਸ਼ਟਪਦੀਆਂ ਸੰਤ ਦੀ ਲਿਖੀ, ਬ੍ਰਹਮ ਗਿਆਨੀ ਦੀ ਲਿਖੀ, ਸਾਧ ਦੀ ਲਿਖੀ, ਪਰ ਨਾਲ ਉਹਦੇ ਵਿੱਚ ਇੱਕ ਗੱਲ ਬੜੀ ਪਿਆਰੇ ਤਰੀਕੇ ਨਾਲ ਕੇਂਦਰਿਤ ਕੀਤੀ ਸਾਡਾ ਧਿਆਨ ਉਹਦੇ ਉੱਪਰ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਇਹਦਾ ਮਤਲਬ ਵੀ ਸਤਿਗੁਰੂ ਗੁਰਦੇਵ ਜੀ ਨੇ ਜੋ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸੁਖਮਨੀ ਸਾਹਿਬ 'ਚ ਜੋ ਸੰਤ ਲਿਖਿਆ, ਜੋ ਸਾਧ ਲਿਖਿਆ, ਉਹ ਕਿਸੇ ਮਨੁੱਖ ਦੇ ਵਾਸਤੇ ਨਹੀਂ ਹੈ। ਸਤਿਗੁਰੂ ਜੀ ਨੇ ਗੱਲ ਹੀ ਕਲੀਅਰ ਕਰ ਦਿੱਤੀ ਨਾ, ਗੱਲ ਹੀ ਕਲੀਅਰ ਕਰ ਦਿੱਤੀ ਕਿ ਮਾਨੁਖ ਕੀ ਟੇਕ ਬਿਰਤੀ ਸਭ ਜਾਨ। ਹੁਣ ਮਨੁੱਖ ਜੇ ਸੰਤ ਬਣ ਕੇ ਬੈਠਾ ਹੈ, ਜੇ ਅਸੀਂ ਉਹਦੀ ਟੇਕ ਧਰ ਰਹੇ ਹਾਂ, ਇਹਦਾ ਮਤਲਬ ਵੀ ਗੁਰੂ ਦੇ ਦੱਸੇ ਗਾਡੀ ਰਾਹ ਤੋਂ ਪਰੇ ਜਾ ਰਹੇ ਹਾਂ। ਹੁਣ ਸਾਨੂੰ ਇਸ ਗੱਲ ਦਾ ਪ੍ਰਗਟਾਵਾ ਸਮਝ ਆ ਗਿਆ ਕਿ ਭਾਈ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਗੱਲ ਕਲੀਅਰ ਕਰ ਦਿੱਤੀ ਵੀ ਸੰਤ ਕੋਈ ਮਨੁੱਖ, ਕੋਈ ਦੇਹ, ਕੋਈ ਪਖੰਡੀ ਨਹੀਂ। ਸੰਤ ਇੱਕ ਸੁਭਾਅ ਹੈ। ਉਹ ਸੁਭਾਅ ਜਦੋਂ ਪ੍ਰਮਾਤਮਾ ਨਾਲ ਇੱਕਮਿਕ ਹੋ ਕੇ ਮਿਲਦਾ ਹੈ, ਜਿਸ ਵਿੱਚ ਸੱਚ ਤੇ ਤਿਆਗ ਬਣ ਜਾਂਦਾ ਹੈ, ਜਿਹਦੇ ਅੰਦਰ ਪਵਿੱਤਰਤਾ ਆ ਜਾਂਦੀ ਹੈ, ਜਿਹਦੇ ਵਿਚਾਰ ਨਿਰਮਲ ਹੋ ਜਾਂਦੇ ਨੇ, ਜਿਹਦੇ ਅੰਦਰ ਸੱਚ ਟਿਕ ਜਾਂਦਾ ਹੈ। ਹੁਣ ਐਸਾ ਸੰਤ ਸੁਭਾਅ ਦਾ ਪ੍ਰਤੀਕ ਧੰਨ ਗੁਰੂ ਗ੍ਰੰਥ ਸਾਹਿਬ, ਗੁਰਬਾਣੀ, ਗੁਰੂ ਵਿਚਾਰ। ਸੰਤਾਂ ਸੰਗਤ ਮਿਲ ਰਿਹਾ ਹੈ, ਕਹਿੰਦੇ ਤੂੰ ਪਤਾ ਕਿਹਦੀ ਸੰਗਤ ਕਰਿਆ ਕਰ? ਸਤਿਗੁਰੂ ਸਾਹਿਬ, ਗੁਰੂ ਸ਼ਬਦ ਦੀ। ਜਦੋਂ ਤੂੰ ਗੁਰੂ ਸ਼ਬਦ, ਗੁਰੂ ਗਿਆਨ ਦੀ ਸੰਗਤ ਕਰੇਗਾ, ਮਿਲ ਰਿਹਾ ਹੈ, ਤੇ ਸਦਾ ਵਾਸਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਪਿਆਰ ਦੇ ਨਾਲ ਮਿਲਿਆ ਰਵੇਂਗਾ, ਟਿਕਿਆ ਰਵੇਂਗਾ। ਜਪ ਰਾਮ ਨਾਮ ਸੁਖ ਹੋਏ, ਤੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕਰਕੇ ਕਿ ਉਹ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਹ ਇੱਕੋ ਹੀ ਹੈ ਜੋ ਸਾਰਿਆਂ ਨੂੰ ਰਿਜ਼ਕ ਪਹੁੰਚਾਉਣ ਵਾਲਾ ਹੈ, ਸਾਰਿਆਂ ਸੁੱਖਾਂ ਦਾ ਘਰ ਉਹ ਹੈ। ਜਦੋਂ ਤੂੰ ਇਸ ਗੁਣਾਂ ਦੇ ਨਾਲ ਪ੍ਰਮਾਤਮਾ ਨੂੰ ਜਾਣਨਾ ਸਮਝਣਾ ਸ਼ੁਰੂ ਕਰੇਗਾ, ਰਾਮ ਨਾਮ ਸੁਖ ਹੋਏ, ਤੇਰੇ ਹਿਰਦੇ ਵਿੱਚ ਫਿਰ ਸਦੀਵੀ ਸੁਖ ਵਸ ਜਾਵੇਗਾ। ਆਤਮਾ ਚੜ੍ਹਦੀ ਕਲਾ ਵਿੱਚ ਚਲੇ ਜਾਵੇਗੀ, ਢਹਿੰਦੀ ਕਲਾ ਜੀਵਨ ਦੇ ਵਿੱਚੋਂ ਮੁੱਕ ਜਾਵੇਗੀ। ਇਹ ਰਾਹਾਉ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨ ਸ਼ਿੰਗਾਰ। ਮਨਮੁਖ ਕਰਮ ਕਮਾਵਣੇ। ਹੁਣ ਇੱਥੇ ਜਿਹੜਾ ਮਨਮੁਖ ਸ਼ਬਦ ਆਇਆ ਨਾ, ਇੱਥੇ ਖੱਖੇ ਨੂੰ ਸਿਹਾਰੀ ਨਹੀਂ ਗੀ। ਇਹਦਾ ਮਤਲਬ ਵੀ ਸੱਚੇ ਪਾਤਸ਼ਾਹ ਨੇ ਇੱਥੇ ਮਨ ਤੇ ਮੁਖ ਦੇ ਵਿੱਚ ਵਾਲੀ ਗੱਲ ਨਹੀਂ ਕੀਤੀ, ਜਿਹਦੇ ਮਨ ਵਿੱਚ ਤੇ ਮੁਖ ਵਿੱਚ। ਇੱਥੇ ਜਾਂ ਮਨਮੁਖ ਦੇ ਰਾਹੀਂ ਨਹੀਂ ਗੱਲ ਕੀਤੀ, ਇੱਕ ਪਰਟੀਕੂਲਰ ਇੱਕ ਮਨੁੱਖ ਨੂੰ ਸੰਬੋਧਨ ਕੀਤਾ। ਉਹ ਮਨੁੱਖ ਜੋ ਆਪਣੇ ਮਨ ਦੇ ਪਿੱਛੇ ਤੁਰਿਆ ਹੈ, ਜੋ ਆਪਣੇ ਮਨ ਦੇ ਵਲਵਲਿਆਂ ਮੁਤਾਬਕ ਆਪਣੇ ਜੀਵਨ ਨੂੰ ਤੋਰਦਾ ਹੈ, ਜੋ ਉਹਦੇ ਮਨ ਚੋਂ ਖਿਆਲ ਆਉਂਦਾ ਹੈ, ਉਹਦੇ ਮੁਤਾਬਕ ਉਹ ਆਪਣੀ ਜ਼ਿੰਦਗੀ ਦੀ ਘਾੜਤ ਕੱਢ ਲੈਂਦਾ ਹੈ। ਜਿਸ ਨੇ ਆਪਣੇ ਮਨ ਦੇ ਵਿੱਚੋਂ ਨਿਕਲੇ ਹੋਏ ਧਰਮ ਨੂੰ ਧਰਮ ਬਣਾ ਲਿਆ, ਜਿਸ ਨੇ ਆਪਣੇ ਮਨ ਵਿੱਚੋਂ ਨਿਕਲੇ ਹੋਏ ਕਰਮ ਕਾਂਡਾਂ ਤੇ ਪਖੰਡਾਂ ਨੂੰ ਧਰਮ ਬਣਾ ਕੇ ਬਹਿ ਗਿਆ, ਉਹਨੂੰ ਕਹਿੰਦੇ ਮਨਮੁਖ। ਜਿਹਦਾ ਮੁਖ ਆਪਣੇ ਮਨ ਵੱਲ ਹੈ। ਮੂੰਹ ਰੱਖ ਕੀ ਹੈ? ਜੋ ਆਪਣੇ ਮੂੰਹ ਦੀ ਰੱਖਦਾ ਹੈ, ਜੋ ਮੂੰਹ ਚ ਆਇਆ ਕਹਿ ਦਿੱਤਾ, ਮੂੰਹ ਰੱਖ, ਮੂੰਹ ਦੀਆਂ ਰੱਖਣ ਵਾਲਾ। ਹੁਣ ਇਹ ਸ਼ਬਦ ਜਿਹੜੇ ਨੇ ਨਿਰੰਤਰ ਗੁਰੂ ਗ੍ਰੰਥ ਸਾਹਿਬ ਵਿੱਚ ਚੱਲਣਗੇ, ਤੁਸੀਂ ਵੇਖੋਗੇ ਅੱਗੇ ਜਾ ਕੇ ਵੀ। ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨ ਸ਼ਿੰਗਾਰ। ਸਭ ਕਹਿੰਦੇ ਮਨ ਦੀ ਮੱਤ ਪਿੱਛੇ ਲੱਗੇ ਹੋਏ ਮਨੁੱਖ ਦੇ ਜਿਹੜੇ ਕੰਮ ਨੇ, ਕਰਮ ਦਾ ਅਰਥ ਹੈ ਕੰਮ। ਜਿਹੜਾ ਮਨੁੱਖ ਆਪਣੇ ਮਨ ਵਿੱਚੋਂ ਨਿਕਲੇ ਹੋਏ ਫੁਰਨਿਆਂ ਦੇ ਉੱਪਰ ਤੁਰ ਕੇ ਆਪਣੇ ਕੰਮ ਕਰ ਰਿਹਾ ਹੈ, ਤੇ ਇਹ ਸੋਚਦਾ ਹੈ ਕਿ ਸ਼ਾਇਦ ਇਹ ਕੰਮ ਧਰਮ ਦੇ ਨੇ। ਹੁਣ ਮੈਂ ਬੜੀ ਵਾਰੀ ਇਸ ਗੱਲ ਉੱਤੇ ਆਪ ਜੀ ਦਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਨਮਤ ਤੇ ਗੁਰਮਤ, ਮਨਮੁਖ ਤੇ ਗੁਰਮੁਖ। ਮਨ ਦੇ ਖਿਆਲਾਂ ਵਿੱਚੋਂ ਨਿਕਲਿਆ ਖਿਆਲ ਜਿਹੜਾ ਗੁਰੂ ਨੇ ਨਹੀਂ ਮੈਨੂੰ ਕਿਹਾ, ਕਿਉਂਕਿ ਮੈਂ ਗੁਰਬਾਣੀ ਪੜ੍ਹੀ ਨਹੀਂ, ਮੈਂ ਗੁਰੂ ਸ਼ਬਦ ਨਾਲ ਜੁੜਿਆ ਹੀ ਨਹੀਂ, ਮੈਂ ਗੁਰੂ ਸ਼ਬਦ ਵਿੱਚੋਂ ਕਦੀ ਸਮਝਿਆ ਹੀ ਨਹੀਂ, ਤੇ ਮੈਂ ਬਾਹਰ ਦੀਆਂ ਅੰਨੀ ਸ਼ਰਧਾ ਤੇ ਅੰਧ ਵਿਸ਼ਵਾਸ ਦੀਆਂ ਗੱਲਾਂ ਨੂੰ ਮੰਨ ਬੈਠਾ, ਤੇ ਮੈਂ ਉਹਨੂੰ ਹੀ ਧਰਮ ਸਮਝ ਬੈਠਾ। ਜੇ ਆਪਾਂ ਗੁਰਦੁਆਰਿਆਂ ਦੇ ਵਿੱਚੋਂ ਅੱਜ ਅੰਧ ਵਿਸ਼ਵਾਸ ਤੇ ਆਹ ਜਿਹੜੇ ਮਨਮਤੀ ਕਰਮਕਾਂਡ ਬੰਦ ਕਰ ਦਈਏ ਨਾ, ਤੇ ਮੈਂ ਇੱਕ ਗੱਲ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਗੁਰਦੁਆਰਿਆਂ ਦੇ ਵਿੱਚ ਸੱਚ, ਸਾਡੇ ਬੱਚੇ, ਸਾਡੇ ਨੌਜਵਾਨ, ਸਾਡੀਆਂ ਧੀਆਂ ਭੈਣਾਂ ਗੁਰਦੁਆਰੇ ਵੱਲ ਨੂੰ ਪ੍ਰੇਰਿਤ ਹੋ ਜਾਣਗੀਆਂ, ਬਹੁਤ ਕੁਝ ਸਿੱਖ ਸਕਦੀਆਂ, ਕਿਉਂਕਿ ਗੁਰਦੁਆਰੇ ਇੱਕ ਅਕੈਡਮੀ ਨੇ ਸੱਚ ਸਿਖਾਉਣ ਦੀ। ਉੱਥੇ ਜਿਹੜਾ ਪ੍ਰਚਾਰਕ, ਆਪਾਂ ਦੇਖੋ ਕਿਸੇ ਸਕੂਲ ਦੇ ਵਿੱਚ ਪ੍ਰਿੰਸੀਪਲ ਚੁਣਦੇ ਆ ਨਾ,
ਤੇ ਉਹ ਐਜੂਕੇਟ ਹੋਣਾ ਚਾਹੀਦਾ ਹੈ। ਇਵੇਂ ਜਿਹੜਾ ਗੁਰਦੁਆਰੇ ਦੇ ਵਿੱਚ ਭਾਵੇਂ ਤੁਸੀਂ ਸੰਗੇਮਰਮਰ ਦੀ ਬਿਲਡਿੰਗ ਬਣਾ ਲਓ, ਅਰਬਾਂ ਰੁਪਈਆਂ ਦਾ ਸੋਨਾ ਲਾ ਦਿਓ, ਸੋਨੇ ਦੀਆਂ ਪਾਲਕੀਆਂ ਬਣਾ ਦਿਓ, ਪਰ ਜੇ ਉੱਥੇ ਗੁਰੂ ਮੱਤ ਸਿਖਾਉਣ ਵਾਲਾ ਗੁਰੂ ਘਰ ਦਾ ਜਿਹੜਾ ਗ੍ਰੰਥੀ ਹੈ ਉਹ ਗੁਰੂ ਦੀ ਮੱਤ ਤੇ ਨਹੀਂ, ਜੇ ਉਹਨੂੰ ਗੁਰੂ ਦੀ ਮੱਤ ਦੀ ਨੌਲੇਜ ਨਹੀਂ, ਉਹ ਉੱਥੇ ਉਹ ਸੰਗੇਮਰਮਰ ਦੀ ਬਿਲਡਿੰਗ ਦੇ ਵਿੱਚ ਅੰਧ ਵਿਸ਼ਵਾਸ ਤੇ ਕਰਮਕਾਂਡ ਪਖੰਡ ਪੈਦਾ ਕਰ ਦੇਵੇਗਾ। ਅੱਜ ਹੋ ਰਿਹਾ ਗੁਰਦੁਆਰਿਆਂ ਵਿੱਚ ਕਰਵਾ ਚੌਥ ਦੀਆਂ ਕਥਾਵਾਂ, ਗੁਰਦੁਆਰਿਆਂ ਦੇ ਵਿੱਚ ਦੀਵਾਲੀ ਦੇ ਉੱਤੇ ਦੀਵਾਲੀ ਜਦੋਂ ਆਉਂਦੀ ਹੈ 15 ਦਿਨ ਪਹਿਲਾਂ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਗੁਰਦੁਆਰੇ 'ਤੇ ਦੀਵਾਲੀ ਮਨਾਈ ਜਾਊਗੀ, ਅੱਜ ਦੁਸ਼ਹਿਰਾ ਮਨਾਇਆ ਜਾਵੇਗਾ, ਅੱਜ ਰਾਮਨਾਮੀ ਦੀਆਂ ਕਥਾਵਾਂ ਗੁਰਦੁਆਰੇ ਵਿੱਚ ਹੋਣ ਲੱਗ ਪਈਆਂ। ਕੀ ਬਣਾਤੇ ਅਸੀਂ? ਸਤਿਗੁਰੂ ਕੀ ਧਰਮਸ਼ਾਲਾਵਾਂ, ਗੁਰੂ ਦੇਵ ਜੀ ਦੇ ਉਹ ਧਾਰਮਿਕ ਸੈਂਟਰ ਜਿੱਥੇ ਧਰਮ ਦੀ ਬਾਤ ਸੀ, ਜਿੱਥੇ ਇੱਕ ਗੁਰੂ ਦੀ ਮੱਤ ਸੀ, ਗੁਰੂ ਦੀ ਸਿੱਖਿਆ ਸੀ, ਉੱਥੇ ਕਰਮਕਾਂਡ ਫੈਲਾ ਦਿੱਤੇ ਨੇ। ਫੈਲਾਉਣ ਵਾਲਾ ਕੌਣ ਆ? ਮਨਮੁਖ, ਜਿਹੜਾ ਮਨ ਦੀ ਮੱਤ ਪਿੱਛੇ ਤੁਰ ਰਿਹਾ। ਉਹਦਾ ਮੱਥਾ ਟੇਕਣ ਦਾ ਤਰੀਕਾ ਵੀ ਬੜਾ ਸ਼ਰਧਾ ਦੇ ਵਿੱਚ ਹੋਵੇਗਾ, ਬੜਾ ਰੇਂਗ ਰੇਂਗ ਕੇ, ਨੱਕ ਦੀਆਂ ਲਕੀਰਾਂ ਕੱਢ ਕੱਢ ਕੇ, ਡੰਡੌਤ ਕਰ ਕਰਕੇ ਮੱਥਾ ਟੇਕੇਗਾ। ਅੱਧੀਆਂ ਅੱਖਾਂ ਮੀਟੀਆਂ ਹੋਣਗੀਆਂ, ਅੱਧੀਆਂ ਖੁੱਲੀਆਂ ਹੋਣਗੀਆਂ, ਤੁਹਾਡੇ ਨਾਲ ਗੱਲ ਕਰੂਗਾ, ਮਾਨੋ ਇਸ ਤਰ੍ਹਾਂ ਗੱਲ ਕਰੂਗਾ ਜਿਵੇਂ ਇਹਦੇ ਅੰਦਰ ਤੇ ਰੱਬ ਵਾੜੀ ਗਿਆ ਨਾ, ਹੁਣ ਇਹਦੇ ਵਿੱਚ ਤੇ ਰੱਬ 'ਚ ਕੋਈ ਭੇਦ ਹੀ ਨਹੀਂ। ਪਰ ਕਰਮਕਾਂਡ, ਉਹਦੇ ਪਖੰਡ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਉਜਾਗਰ ਹੋ ਜਾਣਗੇ ਛੇਤੀ। ਸਭ ਕਹਿੰਦੇ ਮਨਮੁਖ ਕਰਮ ਕਮਾਵਣੇ, ਐਸੀ ਮਨ ਦੀ ਮੱਤ ਪਿੱਛੇ ਲੱਗ ਕੇ ਕੰਮ ਕਰਨ ਵਾਲਾ ਜਿਹੜਾ ਮਨੁੱਖ ਆ ਨਾ, ਉਹਦੇ ਕੀਤੇ ਹੋਏ ਜਿਹੜੇ ਧਾਰਮਿਕ ਕਰਮ, ਜਿਹੜੇ ਪਖੰਡ ਨੇ, ਉਹ ਕਿਵੇਂ ਨੇ? ਜਿਉਂ ਦੁਹਾਗਣ ਤਨ ਸ਼ਿੰਗਾਰ, ਜਿਵੇਂ ਕੋਈ ਔਰਤ, ਉਦਾਹਰਨ ਦਿੱਤੀ ਹੈ ਪਾਤਸ਼ਾਹ ਨੇ, ਜਿਵੇਂ ਕੋਈ ਔਰਤ ਆਪਣੇ ਪਤੀ ਤੇ ਨੂੰ ਭਰਮਾਉਣ ਦੀ ਬਜਾਏ, ਪਤੀ ਉਹ ਤੋਂ ਖੁਸ਼ ਨਾ ਹੋਵੇ, ਪਤੀ ਉਹ ਤੋਂ ਖੁਸ਼ ਨਾ ਹੋਵੇ ਤੇ ਉਹ ਸ਼ਿੰਗਾਰ ਕਰਦੀ ਫਿਰੇ ਤੇ ਪਤੀ ਉਹ ਤੋਂ ਨਾਰਾਜ਼ ਹੋਵੇ, ਕਹਿੰਦੇ ਤਵਿਆ ਹਾਲ ਉਸ ਮਨਮੁਖ ਦਾ ਹੈ। ਉਹਦੇ ਰੱਖੇ ਹੋਏ ਅੱਜ ਜਿਤਨਾ ਮਨੁੱਖ ਦਾ ਧਿਆਨ ਕੇਂਦਰਿਤ ਹੈ ਸਿਰਫ ਬਾਹਰ ਦੇ ਕਰਮ ਕਾਂਡਾਂ ਤੇ ਹੈ। ਅੱਜ ਮੇਰੇ ਪੁੱਤਰ ਦਾ ਵਿਆਹ ਹੈ ਜੀ, ਮੈਂ ਅਰਦਾਸ ਕਰਾਉਣ ਚੱਲੀ ਹਾਂ ਗੁਰਦੁਆਰੇ, ਸਾਰੇ ਕੰਮ ਵਧੀਆ ਹੋ ਜਾਣ। ਸਤਿਗੁਰੂ ਗੁਰਦੇਵ ਕਹਿੰਦੇ ਕੰਮ ਤੇਰਾ ਕਦੀ ਰੁਕਣਾ, ਕੋਈ ਵਧੀਆ ਸਾਰੇ ਕੰਮ ਹੋਣੇ, ਪਰ ਤੂੰ ਮੈਨੂੰ ਇੱਕ ਗੱਲ ਤੇ ਵਾਅਦਾ ਕਰ ਵੀ ਤੂੰ ਆ ਕਰਮ ਕਾਂਡ ਪਖੰਡ, ਆ ਚੱਪਣੀਆਂ ਭੰਨਣੀਆਂ, ਆ ਧਾਗੇ ਮੌਲੀਆਂ ਲਾਉਣੀਆਂ, ਸਿਹਰੇ ਲਾਉਣੇ, ਕਲਗੀਆਂ ਬੰਨਣੀਆਂ, ਆ ਤੂੰ ਛੱਡ ਦੇ। ਨਹੀਂ ਜੀ, ਇਹ ਤੇ ਜੀ ਅੰਗ ਨੇ, ਰਸਮਾਂ ਨੇ, ਇਹ ਤੇ ਕਰਨੀਆਂ ਨੇ ਜੀ, ਆ ਤੇ ਆ ਕਰਨਾ ਵਾ ਜੀ, ਇਹ ਤੇ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਨੇ, ਕਿਉਂਕਿ ਅਸੀਂ ਮਨ ਦੀ ਮੱਤ ਪਿੱਛੇ ਲੱਗੇ ਹਾਂ। ਲੋਕੀ ਕੀ ਕਹਿਣਗੇ? ਮੈਂ ਮੁਬਾਰਕ ਆ, ਅੱਜ ਬੜਾ ਜਾਗਰੂਕਤਾ ਆ ਰਹੀ ਹੈ। ਫਰੀਦਾਬਾਦ ਵਿੱਚ ਸਾਡੇ ਵੀਰ ਜੀ ਹੁਣਾਂ ਨੇ ਪਿੱਛੇ ਆਨੰਦ ਕਾਰਜ ਕੀਤਾ, ਮੈਨੂੰ ਬੜੀ ਖੁਸ਼ੀ ਹੋਈ। ਬਿਲਕੁਲ ਸਾਦਾ ਆਨੰਦ ਕਾਰਜ, ਕੋਈ ਲੜਕੇ ਨੇ ਚਮਕ ਦਮਕ ਵਾਲੇ ਕੱਪੜੇ ਨਹੀਂ ਸੀ ਪਹਿਨੇ, ਕੋਈ ਲੜਕੀ ਨੇ ਨਹੀਂ, ਬਿਲਕੁਲ ਸਾਦਾ ਜੀਵਨ, ਸਾਦਾ ਗੁਰਦੁਆਰੇ ਦੇ ਵਿੱਚ ਸਾਰਾ ਪ੍ਰੋਗਰਾਮ ਹੋਇਆ। ਹੁਣ ਕਰਦੇ ਨੇ ਲੋਕੀ, ਤੇ ਸੱਚ ਜਾਣਿਓ ਇੰਨਾ ਸੌਖਾ ਆਨੰਦ ਕਾਰਜ ਹੈ ਨਾ, ਫਿਰ ਕਿਸੇ ਬਾਪ ਨੂੰ ਕਰਜ਼ਾ ਚੁੱਕ ਕੇ ਧੀ ਵਿਆਹੁਣ ਦੀ ਲੋੜ ਨਹੀਂ ਪਊਗੀ। ਜਿੱਦਣ ਇਹ ਸੌਖੇ ਆਨੰਦ ਕਾਰਜ ਹੋਣ ਲੱਗ ਪੈਣਗੇ, ਉਹ ਦਿਨ ਕਿਸੇ ਬਾਪ ਨੂੰ ਕਰਜ਼ਾ ਚੁੱਕ ਕੇ ਆਪਣੀ ਧੀ ਵਿਆਹ ਕੇ ਸੁਸਾਈਡ ਨਹੀਂ ਕਰਨੀ ਪਊਗੀ। ਉਦਣ ਇਹ ਬੀਬੀਆਂ ਨੂੰ ਅੱਗ ਲਾ ਕੇ ਸਾੜਿਆ ਨਹੀਂ ਜਾਵੇਗਾ। ਬਸ ਇੱਕ ਕਰਮ ਸੱਚ ਦੇ ਰਸਤੇ ਤੇ ਤੁਰਨ ਦਾ ਹੈ। ਮਨਮੁਖ ਕਰਮ ਕਮਾਵਣੇ, ਮਨ ਦੀ ਮੱਤ ਪਿੱਛੇ ਤੁਰਨ ਵਾਲੇ ਮਨੁੱਖ ਦੇ ਜਿਹੜੇ ਧਾਰਮਿਕ ਕਰਮ ਆ ਨਾ, ਜਿਹੜੇ ਉਹ ਕਰਮ ਕਰ ਰਿਹਾ ਧਰਮ ਦੇ ਨਾਂ ਤੇ, ਉਹ ਕਿਵੇਂ ਨੇ? ਜਿਉਂ ਦੁਹਾਗਣ ਤਨ ਸ਼ਿੰਗਾਰ, ਜਿਵੇਂ ਇੱਕ ਔਰਤ ਆਪਣੇ ਪਤੀ ਤੋਂ ਵਿਛੜੀ ਹੋਵੇ, ਆਪਣੇ ਪਤੀ ਉਹਦਾ ਉੱਤੇ ਨਾਰਾਜ਼ ਹੋਵੇ ਤੇ ਉਹ ਪਤੀ ਨੂੰ ਭਰਮਾਉਣ ਦੇ ਵਾਸਤੇ ਬਾਹਰ ਦੇ ਸ਼ਿੰਗਾਰ ਵਿੰਗਾਰ ਕਰੇ, ਤੇ ਪਰ ਪਤੀ ਨੂੰ ਦਿਲੋਂ ਨਾ ਚਾਹੁੰਦੀ ਹੋਵੇ, ਦਿਲ ਉਹਦਾ ਬੇਈਮਾਨ ਹੋਵੇ, ਤੇ ਲਿਬਾਸ ਤੋਂ ਆਪਣੇ ਪਤੀ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਹੋਵੇ, ਪਰ ਦਿਲ ਵਿੱਚ ਕੋਈ ਹੋਰ ਹੋਵੇ। ਐਸੀ ਔਰਤ ਕਦੀ ਆਪਣਾ ਘਰ ਨਹੀਂ ਵਸਾ ਸਕਦੀ, ਆਪਣੇ ਘਰ ਨੂੰ ਕਦੀ ਸੁਖੀ ਨਹੀਂ ਰੱਖ ਸਕਦੀ। ਤਵਿਆ ਹਾਲ ਉਸ ਮਨਮੁਖ ਦਾ ਹੈ ਜਿਹਦੇ ਅੰਦਰ ਤੇ ਕੁਝ ਹੋਰ ਹੈ ਤੇ ਬਾਹਰੋਂ ਉਹਨੇ ਧਾਰਮਿਕ ਕਰਮਕਾਂਡ ਤੇ ਪਖੰਡ ਕਰ ਰਿਹਾ ਹੈ। ਸਤਿਗੁਰੂ ਕਹਿੰਦੇ ਐਸਾ ਮਨੁੱਖ ਵੀ ਉਸ ਔਰਤ ਵਰਗਾ ਹੈ ਜੋ ਸ਼ਿੰਗਾਰ ਤੇ ਕਰਦਾ ਹੈ ਪਰ ਅੰਦਰ ਸੱਚ ਉਹਦੇ ਕੋਈ ਨਹੀਂ। ਸੇਜੈ ਕੰਤ ਨਾ ਆਵਈ, ਕਹਿੰਦੇ ਚੇਤਾ ਰੱਖਿਓ, ਜਿਵੇਂ ਉਹ ਔਰਤ ਕਦੀ ਵੀ ਆਪਣੇ ਪਤੀ ਦਾ ਪਿਆਰ ਨਹੀਂ ਪਾ ਸਕਦੀ, ਕਹਿੰਦੇ ਇਵੇਂ ਹੀ ਇਹ ਮਨ ਦੀ ਮੱਤ ਪਿੱਛੇ ਚੱਲਣ ਵਾਲਾ ਜਿਹੜਾ ਮਨਮੁਖ ਆ ਨਾ,
ਉਹਨੂੰ ਵੀ ਕਦੀ ਕੰਤ ਪਰਿਪੂਰਨ ਪ੍ਰਮਾਤਮਾ ਪਤੀ ਦਾ ਪਿਆਰ ਨਹੀਂ ਮਿਲ ਸਕਦਾ। ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ। ਨਿਤ ਨਿਤ ਦਾ ਅਰਥ ਹੈ ਹਰ ਵਕਤ ਉਹ ਖੁਆਰ ਹੋਵੇਗਾ, ਉਹਦਾ ਮਨ ਹਰ ਵਕਤ ਵਿਚਲਿਤ ਰਹੇਗਾ, ਹਰ ਵਕਤ ਉਹ ਪਰੇਸ਼ਾਨ ਹੋਵੇਗਾ, ਨਿਤ ਉਹਦਾ ਜੀਵਨ ਦੁੱਖਾਂ ਦੇ ਘੇਰੇ ਵਿੱਚ ਘਿਰਿਆ ਰਹੇਗਾ। ਐਸੇ ਮਨੁੱਖ ਨੂੰ ਨਾ ਘਰ ਵਿੱਚ ਸੁੱਖ ਮਿਲੂਗਾ ਨਾ ਬਾਹਰੋਂ ਮਿਲੂਗਾ, ਕਿਉਂਕਿ ਉਹ ਆਪਣੇ ਆਪ ਅੰਦਰ ਅੱਗ ਲਾ ਕੇ ਬੈਠਾ ਹੈ ਝੂਠ ਦੀ। ਉਹ ਵਿਖਾਵਾ ਕਰ ਰਿਹਾ ਹੈ ਪਰ ਅੰਦਰ ਉਹਦੇ ਸੱਚ ਹੈ ਕੋਈ ਨਹੀਂ। ਪਿਰ ਕਾ ਮਹਲ ਨਾ ਪਾਵਈ। ਪਿਰ ਦਾ ਅਰਥ ਹੈ ਪ੍ਰਮਾਤਮਾ ਰੂਪੀ ਪਤੀ। ਪਿਰ ਕਾ ਮਹਿਲ ਨਾ ਪਾਵਈ। ਮਹਿਲ ਦਾ ਅਰਥ ਹੈ ਘਰ। ਨਾ ਪਾਵਈ ਨਹੀਂ ਮਿਲਦਾ, ਨਾ ਦੀਸੈ ਘਰ ਬਾਰ, ਤੇ ਨਾ ਹੀ ਪ੍ਰਭੂ ਦਾ ਦਰ ਘਰ ਉਹਨੂੰ ਨਜ਼ਰ ਆਉਂਦਾ ਹੈ। ਕਹਿੰਦੇ ਇਸ ਤਰ੍ਹਾਂ ਮਨ ਦੀ ਮੱਤ ਪਿੱਛੇ ਲੱਗਣ ਵਾਲਾ ਜਿਹੜਾ ਮਨਮੁਖਿਆ ਨਾ, ਜੇ ਉਹ ਬਾਹਰੋਂ ਅਖੰਡ ਪਾਠ ਵੀ ਕਰਾਵੇ, ਬਾਹਰੋਂ ਵੱਡੇ ਵੱਡੇ ਸੁਖਮਨੀ ਸਾਹਿਬ ਦੇ ਜਾਪ ਵੀ ਕਰਾਵੇ, ਮੁਬਾਰਕ ਆ, ਪਰ ਜੇ ਉਹ 'ਚ ਆਪਣਾ ਮਨ ਹੀ ਨਹੀਂ ਕਿਣਕਾ ਤੇ ਇੱਕ ਵੀ ਗੁਰਮਤਿ ਦਾ ਜੀਵਨ 'ਚ ਨਹੀਂ ਵਸਾਇਆ। ਤੇ ਸਤਿਗੁਰੂ ਕਹਿੰਦੇ ਐਸੇ ਮਨੁੱਖ ਦੇ ਬਾਹਰ ਦੇ ਕੀਤੇ ਹੋਏ ਕਰਮ ਕਾਂਡ ਪਖੰਡਾਂ ਤੋਂ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਰੂਪੀ ਪਤੀ ਦਾ ਘਰ ਨਹੀਂ ਮਿਲ ਸਕਦਾ, ਤੇ ਨਾ ਹੀ ਉਸ ਨੂੰ ਸੰਸਾਰ ਦੇ ਵਿੱਚ ਵਸਦਾ ਪ੍ਰਮਾਤਮਾ ਨਜ਼ਰ ਆ ਸਕਦਾ ਹੈ। ਨਾ ਦੀਸੈ ਘਰ ਬਾਰ। ਭਾਈ ਰੇ ਇੱਕ ਮਨ ਨਾਮ ਧਿਆਏ। ਫਿਰ ਇਹ ਮੇਰੇ ਵੀਰ, ਜੇ ਤੂੰ ਉਸ ਸੱਚੇ ਪ੍ਰਮਾਤਮਾ ਨੂੰ ਸੱਚੇ ਦਿਲੋਂ ਜਾਣਨਾ ਚਾਹੁੰਦਾ ਤੇ ਫਿਰ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਨਾਲ ਆਪਣੇ ਜੀਵਨ ਦੀ ਸਾਂਝ ਪਾ ਲਾ। ਸੰਤਾਂ ਸੰਗਤ ਮਿਲ ਰਹਿ। ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ, ਗੁਰੂ ਗਿਆਨ ਨੂੰ ਜੀਵਨ 'ਚ ਵਸਾ, ਗੁਰੂ ਦੀ ਮੱਤ ਤੇ ਤੁਰ ਕੇ ਗੁਰੂ ਜੀ ਦੀ ਸੰਗਤ ਕਰ, ਮਿਲ ਰਹਿ। ਫਿਰ ਸਦਾ ਵਾਸਤੇ ਤੂੰ ਪਤੀ ਪਰਿਪੂਰਨ ਪ੍ਰਮਾਤਮਾ ਨਾਲ ਮਿਲਿਆ ਰਵੇਂਗਾ। ਜਪ ਰਾਮ ਨਾਮ ਸੁਖ ਪਾਏ। ਤੇ ਉਹਨੂੰ ਚੇਤੇ ਕਰਕੇ ਸਦਾ ਵਾਸਤੇ ਆਤਮਿਕ ਸੁਖ ਤੇ ਆਤਮਿਕ ਆਨੰਦ ਤੇ ਖੇੜੇ ਵਿੱਚ ਤੇਰਾ ਜੀਵਨ ਬਸਰ ਹੋਵੇਗਾ। ਰਹਾਓ। ਹੁਣ ਅਗਲੀ ਪਹਿਲਾ ਬੰਦ ਮਨਮੁਖ ਦਾ ਹੈ, ਹੁਣ ਦੂਸਰਾ ਨੰਬਰ ਬੰਦ ਗੁਰਮੁਖ ਦਾ। ਗੁਰੂ ਦੀ ਮੱਤ ਤੇ ਤੁਰਨ ਵਾਲੇ ਗੁਰਸਿੱਖ ਦੀ ਗੱਲ ਦੂਸਰੇ ਬੰਦ ਵਿੱਚ ਗੁਰੂ ਜੀ ਕਰ ਰਹੇ। ਗੁਰਮੁਖ ਸਦਾ ਸੁਹਾਗਣੀ। ਕਹਿੰਦੇ ਗੁਰੂ ਦੀ ਮੱਤ ਤੇ ਤੁਰਨ ਵਾਲਾ ਜਿਹੜਾ ਗੁਰੂ ਦਾ ਸਿੱਖ ਆ ਨਾ, ਜੋ ਗੁਰਬਾਣੀ ਦੀ ਗਿਆਨ ਨੂੰ ਜੀਵਨ 'ਚ ਵਸਾਉਂਦਾ ਹੈ, ਗੁਰੂ ਉਪਦੇਸ਼ ਤੇ ਤੁਰਦਾ ਹੈ, ਸਦਾ ਸੁਹਾਗਣੀ, ਉਹ ਸਦਾ ਸੁਹਾਗ ਵਾਲਾ ਹੁੰਦਾ ਹੈ। ਸੁਹਾਗ ਮਤਲਬ ਪਤੀ ਪ੍ਰਮਾਤਮਾ ਵਾਲਾ। ਉਹ ਸਦਾ ਪ੍ਰਮਾਤਮਾ ਪਤੀ ਦੇ ਨਾਲ ਇਕਮਿਕ ਹੋਇਆ ਰਹਿੰਦੀ ਹੈ। ਐਸੀ ਜੀਵ ਇਸਤਰੀ ਪਿਰ ਰਾਖਿਆ ਉਰ ਧਾਰ। ਤੇ ਉਹਦੇ ਹਿਰਦੇ ਦੇ ਵਿੱਚ ਸਦਾ ਪਰਿਪੂਰਨ ਪ੍ਰਮਾਤਮਾ ਵਸਿਆ ਰਹਿੰਦਾ ਹੈ। ਉਹਦਾ ਹਿਰਦਾ ਖਾਲੀ ਨਹੀਂ ਰਹਿੰਦਾ, ਉਹ ਇਕੱਲਾ ਨਹੀਂ ਰਹਿੰਦਾ। ਉਹਦੇ ਹਿਰਦੇ ਵਿੱਚ ਸੱਚ ਸਮੋਇਆ ਰਹਿੰਦਾ ਹੈ। ਉਹਦੇ ਹਿਰਦੇ ਵਿੱਚ ਆਤਮਿਕ ਸ਼ਾਂਤੀ ਟਿਕੀ ਰਹਿੰਦੀ ਹੈ। ਹਿਰਦਾ ਸਦਾ ਕਮਲ ਫੁੱਲ ਵਾਂਗੂ ਖਿੜਿਆ ਰਹਿੰਦਾ ਹੈ। ਭਾਵ ਉਹਦੇ ਵਿੱਚ ਨਾ ਕੋਈ ਈਰਖਾ ਹੈ। ਇੱਕ ਨਿੱਕੀ ਜੀ ਇੱਥੇ ਉਦਾਹਰਨ ਵਾਸਤੇ ਰੁਕਣ ਲੱਗਾ। ਕਦੀ ਆਪਣੇ ਮਨ ਨੂੰ ਪੁੱਛ ਕੇ ਵੇਖਿਓ, ਜਦੋਂ ਤੁਹਾਡੇ ਅੰਦਰ ਕਿਸੇ ਪ੍ਰਤੀ ਕੋਈ ਈਰਖਾ ਪੈਦਾ ਹੁੰਦੀ ਆ, ਜਦੋਂ ਮਨ ਵਿੱਚ ਕਿਤੇ ਕ੍ਰੋਧ ਦੀ ਭਾਂਬੜ ਮੱਚਦੇ ਨੇ, ਜਦੋਂ ਮਨ ਵਿੱਚ ਕਦੀ ਕੋਈ ਖਿਆਲਾਤ ਦੁਰਮਤ ਦੇ ਉਜਾਗਰ ਹੁੰਦੇ ਨੇ, ਤੇ ਆਪਣੇ ਦਿਲ ਨੂੰ ਪੁੱਛ ਕੇ ਵੇਖਿਆ ਕਰੋ ਤੁਹਾਡੇ ਦਿਲ ਦੀ ਕੀ ਹਾਲਤ ਹੁੰਦੀ ਹੈ। ਇਵੇਂ ਲੱਗਦਾ ਜਿਵੇਂ ਅੱਗ ਦੇ ਭਾਂਬੜ ਅੰਦਰ ਮਚੇ ਹੋਣ। ਕ੍ਰੋਧ ਅੱਗ ਮੂੰਹ ਚੋਂ ਕੱਢਣ ਨੂੰ ਜੀ ਕਰਦਾ ਹੈ, ਪਰ ਸਤਿਗੁਰੂ ਗੁਰਦੇਵ ਕਹਿੰਦੇ ਦੂਜੇ ਨੂੰ ਕਹਿਣ ਤੋਂ ਪਹਿਲਾਂ ਇਹ ਅੱਗ ਪਹਿਲਾਂ ਆਪਣੇ ਆਪ ਤੇ ਲਾ ਰਿਆ ਨਾ। ਇੱਕ ਬਾਜ਼ਾਰ ਦੇ ਵਿੱਚ ਨਾ ਮਦਾਰੀ ਮਦਾਰ ਵਿਖਾਉਂਦੇ ਹੁੰਦੇ ਨੇ, ਤਮਾਸ਼ਾ ਵਿਖਾਉਂਦੇ ਹੁੰਦੇ ਕਈ ਵਾਰੀ। ਉਹ ਮੂੰਹ ਦੇ ਵਿੱਚ ਪੈਟਰੋਲ ਪਾ ਲੈਂਦੇ ਨੇ ਤੇ ਫਿਰ ਲਾਈਟਰ ਲੈ ਕੇ ਤੇ ਅੱਗ ਲਾਉਂਦੇ ਨੇ, ਫੂਕ ਮਾਰਦੇ ਨੇ ਤੇ ਉਹ ਅੱਗ ਲੱਗਦੀ ਹੈ। ਪਰ ਉਸ ਤੋਂ ਪਹਿਲਾਂ ਉਹ ਅੱਗ ਉਹਨਾਂ ਨੇ ਆਪਣੇ ਮੂੰਹ 'ਚ ਪਾਈ ਹੈ। ਇਵੇਂ ਹੀ ਅਸੀਂ ਕੀ ਕਰ ਰਹੇ ਹਾਂ, ਅਸੀਂ ਆਪਣੇ ਘਰ ਨੂੰ ਜਿਸ ਮਨੁੱਖ ਦੇ ਹਿਰਦੇ ਵਿੱਚ ਕ੍ਰੋਧ ਵਸਦਾ ਹੋਵੇਗਾ ਨਾ, ਜਿਸ ਮਨੁੱਖ ਦੇ ਹਿਰਦੇ ਵਿੱਚ ਈਰਖਾ ਵਸਦੀ ਹੋਵੇਗੀ, ਜਿੱਥੇ ਨਫ਼ਰਤ ਵਸਦੀ ਹੋਵੇਗੀ, ਉਹ ਦੂਜਿਆਂ ਦਾ ਨੁਕਸਾਨ ਬਾਅਦ 'ਚ ਕਰੇਗਾ, ਪਹਿਲਾਂ ਆਪਣੇ ਘਰ ਨੂੰ ਅੱਗ ਲਾਵੇਗਾ। ਆਪਣੀ ਪਤਨੀ ਨੂੰ ਕ੍ਰੋਧ ਦੇ ਬੋਲਾਂ ਦੇ ਨਾਲ, ਆਪਣੇ ਬੱਚਿਆਂ ਨੂੰ ਕ੍ਰੋਧ ਦੇ ਬੋਲਾਂ ਨਾਲ। ਹੌਲੀ ਹੌਲੀ ਕੀ ਹੋਵੇਗਾ, ਪਤਨੀ ਦਾ ਸਤਿਕਾਰ ਪਤੀ ਦੇ ਪ੍ਰਤੀ ਘਟਦਾ ਜਾਵੇਗਾ। ਹੌਲੀ ਹੌਲੀ ਕੀ ਹੋਵੇਗਾ,
ਬੱਚੇ ਇਗਨੋਰ ਕਰਨ ਲੱਗ ਪੈਣਗੇ ਪਿਤਾ ਨੂੰ। ਹੁਣ ਪਿਤਾ ਵੇਖਣ ਨੂੰ ਆਪਣੇ ਆਪ ਨੂੰ ਬੜਾ ਹਊਆ ਸਮਝੇਗਾ, ਵੇਖੋ ਜੀ ਮੇਰੇ ਤੋਂ ਮੇਰੇ ਬੱਚੇ ਡਰਦੇ ਨੇ। ਉਹ ਮੂਰਖਾ, ਉਹ ਤੇਰੇ ਤੋਂ ਡਰਦੇ ਨਹੀਂ, ਉਹ ਤੇਰੇ ਉਸ ਕੌੜੇ ਬੋਲਾਂ ਤੋਂ ਤੇਰੀ ਰਿਸਪੈਕਟ ਨਹੀਂ ਕਰਦੇ। ਉਹ ਡਰਦੇ ਨੇ ਤੇਰੇ ਉਸ ਕੌੜੇ ਬੋਲਾਂ ਤੋਂ, ਉਸ ਅੱਗ ਤੋਂ ਜਿਹੜੀ ਤੂੰ ਵਰਾਉਣਾ ਹੈ। ਪਰ ਉਹਨਾਂ ਦੇ ਮਨ ਵਿੱਚ ਨਿਰਮਲ ਭੈ ਨਹੀਂ, ਤੇਰਾ ਅਦਬ ਸਤਿਕਾਰ ਦਾ ਡਰ ਨਹੀਂ। ਤੂੰ ਨਾ ਵੀ ਆਵੇਂ ਤਾਂ ਵੀ ਉਹਨਾਂ ਨੇ ਕਦੀ ਤੈਨੂੰ ਨਹੀਂ ਪੁੱਛਣਾ, ਕਿਉਂਕਿ ਉਹ ਤੈਨੂੰ ਮਿਸ ਕਰਦੇ ਹੀ ਨਹੀਂ। ਜਿੱਦਣ ਤੂੰ ਆਉਣਾ ਤੂੰ ਕਲਹਿ ਮਚਾ ਦਿੰਦਾ ਘਰ ਦੇ ਵਿੱਚ। ਜਿੱਦਣ ਤੂੰ ਆਉਣਾ ਬੱਚਿਆਂ ਨੂੰ ਦਬਕੇ ਮਾਰ ਮਾਰ ਕੇ ਉਹਨੂੰ ਨੁਕਰੇ ਬਹਾ ਦਿੰਦਾ। ਉਹ ਬੱਚੇ ਕਿੱਥੋਂ ਤੈਨੂੰ ਰੋਜ਼ ਪਸੰਦ ਕਰਨਗੇ? ਉਹ ਪਰਿਵਾਰ ਤੈਨੂੰ ਕਿੱਥੋਂ ਪਸੰਦ ਕਰੇਗਾ? ਗੱਲ ਕੀ, ਮੈਂ ਆਪਣੇ ਘਰ ਨੂੰ ਪਹਿਲਾਂ ਅੱਗ ਦੀ, ਉਸ ਜੈਲਸੀ, ਨਫ਼ਰਤ, ਈਰਖਾ ਦੀ ਅੱਗ ਵਿੱਚ ਪਹਿਲਾਂ ਤਬਾਹ ਕੀਤਾ। ਬਹੁਤਾਤ ਘਰਾਂ ਦੀ ਕਹਾਣੀ ਹੈ, ਕਿਤੇ ਵਿਚਾਰ ਕੇ ਦੇਖ ਲਿਓ। ਬਹੁਤਾਤ ਘਰਾਂ 'ਚ ਇਹੀ ਘਾੜਤ ਘੜੀ ਜਾ ਰਹੀ ਹੈ। ਬੱਚੇ ਪਰੇਸ਼ਾਨ ਨੇ ਕਿਉਂਕਿ ਮੇਰੇ ਅੰਦਰ ਈਰਖਾ ਦੀ ਅੱਗ ਲੱਗੀ ਹੋਈ ਹੈ। ਮੇਰਾ ਹਰ ਵਕਤ ਮਨ, ਮੇਰਾ ਭਰਾ ਮੇਰੇ ਮਗਰੋਂ ਆਇਆ, ਇੰਨੀ ਤਰੱਕੀ ਕਰ ਗਿਆ, ਉਹਨੇ ਇੰਨੇ ਕੋਠੀਆਂ ਪਾ ਲਈਆਂ, ਇੰਨੀ ਗੱਡੀਆਂ ਲੈ ਲਈਆਂ। ਵੀ ਸੱਚੇ ਪਾਤਸ਼ਾਹ ਕਹਿੰਦੇ, ਆਹਰਿ ਖਵਾਦ ਨਾ ਕੀਚੈ ਰੇ ਮਨ। ਇਹ ਮੇਰੇ ਮਨ ਕਿਉਂ ਈਰਖਾ ਨਫ਼ਰਤ ਬੀਜਦਾ ਏ? ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਤੂੰ ਵੀ ਚੰਗੀ ਦਸਾਂ ਨੋਵਾਂ ਦੀ ਸੱਚ ਦੀ ਕਮਾਈ ਕਰ, ਤੂੰ ਵੀ ਲੈ ਲਾ ਸਭ ਕੁਝ, ਤੇਰੇ ਵਾਸਤੇ ਵੀ ਉਹੀ ਰਸਤਾ ਹੈ। ਪਰ ਤੂੰ ਮਿਹਨਤ ਨਹੀਂ ਕਰਨਾ ਚਾਹੁੰਦਾ, ਤੂੰ ਗੁਰਮਤ ਨੂੰ ਅਪਣਾਉਣਾ ਨਹੀਂ ਚਾਹੁੰਦਾ, ਤੂੰ ਸੱਚ ਨੂੰ ਫੇਸ ਨਹੀਂ ਕਰਨਾ ਚਾਹੁੰਦਾ, ਤੂੰ ਚਾਹੁੰਦਾ ਝੂਠ ਦੇ ਵਿੱਚ ਸਭ ਕੁਝ ਮਿਲੇ, ਜਦ ਕਿ ਐਸਾ ਹੋਣਾ ਨਹੀਂ। ਤਾਂ ਸਭ ਕਹਿੰਦੇ ਗੁਰਮੁਖ ਕੀ ਕਰਦਾ ਹੈ? ਗੁਰਮੁਖ ਸਦਾ ਸੁਹਾਗਣੀ, ਗੁਰੂ ਦੀ ਮੱਤ ਉੱਤੇ ਤੁਰਨ ਵਾਲਾ, ਜਿਹੜਾ ਗੁਰੂ ਦਾ ਸਿੱਖ ਆ, ਜਿਹਦਾ ਮੂੰਹ ਆਪਣੇ ਗੁਰੂ ਵੱਲ ਹੈ, ਜੋ ਗੁਰੂ ਦੇ ਬਚਨਾਂ, ਗੁਰੂ ਕੇ ਉਪਦੇਸ਼ਾਂ ਤੇ ਤੁਰਦਾ ਹੈ, ਸਦਾ ਸੁਹਾਗਣੀ, ਉਹ ਸਦਾ ਸੁਹਾਗ ਵਾਲਾ ਹੈ। ਭਾਵ ਉਹਦਾ ਪਤੀ ਪ੍ਰਮਾਤਮਾ ਪਰਮੇਸ਼ਰ ਉਹਦੇ ਨਾਲ ਹੈ। ਫਿਰ ਰਾਖਿਆ ਔਰ ਧਾਰ, ਤੇ ਸਦਾ ਪਰਿਪੂਰਨ ਪ੍ਰਮਾਤਮਾ ਦੇ ਪਤੀ ਨੂੰ ਆਪਣੇ ਹਿਰਦੇ ਵਿੱਚ, ਪ੍ਰਮਾਤਮਾ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ। ਉਹਦੇ ਅੰਦਰ ਹੁਣ ਪਤੀ ਵਸਿਆ ਹੋਇਆ ਹੈ, ਉਹ ਪਤੀ ਵਾਲੀ ਹੈ, ਸੁਹਾਗ ਵਾਲੀ ਹੈ ਐਸੀ ਜੀਵ ਇਸਤਰੀ। ਹੁਣ ਜਦੋਂ ਪ੍ਰਮਾਤਮਾ ਪਤੀ ਉਹਦੇ ਚਿੱਤ ਵਿੱਚ ਵਸਦਾ ਹੈ, ਹੁਣ ਉਹਦੀ ਬੋਲੀ ਕਿਹੋ ਜਿਹੀ ਹੈ? ਮਿੱਠਾ ਬੋਲੇ, ਉਹ ਸਦਾ ਮੁਖ ਤੋਂ ਮਿੱਠੜੇ ਬੋਲ ਬੋਲਦਾ ਹੈ। ਨਿਵ ਚੱਲੇ, ਅਤ ਨਿਮਰਤਾ ਤੇ ਪ੍ਰੇਮ ਦੇ ਵਿੱਚ ਰਹਿੰਦਾ ਹੈ। ਸੇਜੈ ਰਵੈ ਪਤਾਰ, ਤੇ ਸਦਾ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਉਹਦੀ ਸੇਜ ਉੱਤੇ ਰਹਿੰਦੇ ਹਨ। ਉਹਨੂੰ ਸਦਾ ਪਤੀ ਪ੍ਰਮਾਤਮਾ ਵਾਹਿਗੁਰੂ ਦੀ ਸੇਜ ਨਸੀਬ ਹੁੰਦੀ ਹੈ, ਕਿਉਂਕਿ ਉਹ ਪਦ ਪ੍ਰਭੂ ਪਤੀ ਪ੍ਰਮਾਤਮਾ ਦੇ ਪਿਆਰ ਦਾ ਆਨੰਦ ਮਾਣਦਾ ਹੈ। ਸੋਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹੇਤ ਅਪਾਰ। ਸੋਭਾਵੰਤੀ, ਸੋਭਾ ਵਾਲੀ, ਮਾਣ ਸਨਮਾਨ ਵਾਲੀ। ਸੁਹਾਗਣੀ, ਉਹ ਜੀਵ ਇਸਤਰੀ ਜਿਹਦਾ ਸੁਹਾਗ, ਜਿਹਦਾ ਪਤੀ ਜਿਹਦੇ ਨਾਲ ਹੈ। ਜਿਨ ਗੁਰ ਕਾ ਹੇਤ ਅਪਾਰ, ਜਿਹਨੇ ਗੁਰੂ ਰੂਪੀ ਵਿਚੋਲੇ ਦੇ ਰਾਹੀਂ ਆਪਣੇ ਐਸੇ ਸੋਹਣੇ ਪਤੀ ਪ੍ਰਮਾਤਮਾ ਨੂੰ ਰਿਝਾ ਲਿਆ ਹੈ, ਤੇ ਸਦਾ ਉਹਦੇ ਹੇਤ, ਉਹਦੇ ਪਿਆਰ ਦੇ ਵਿੱਚ ਸਦਾ ਟਿਕੀ ਰਹਿੰਦੀ ਹੈ। ਸਭ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਜੀ ਦੇ ਅਟੁੱਟ ਪਿਆਰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ, ਉਹਨਾਂ ਸੁਹਾਗਣਾ ਵਾਂਗ ਨੇ ਉਹ ਜੀਵ ਇਸਤਰੀਆਂ ਜਿਹੜੀਆਂ ਸਦਾ ਸ਼ੋਭਾ ਖੱਟਦੀਆਂ ਹਨ, ਸਦਾ ਮਾਣ ਸਨਮਾਨ ਖੱਟਦੀਆਂ ਹਨ, ਸਦਾ ਉਹਨਾਂ ਨੂੰ ਸਮਾਜ ਵਿੱਚ ਸਤਿਕਾਰ ਮਿਲਦਾ ਹੈ। ਅਗਲੀਆਂ ਪੰਕਤੀਆਂ ਨੇ, ਤੀਸਰਾ ਬੰਦ ਹੈ, ਪੂਰਾ ਭਾਗ ਸਤਿਗੁਰੂ ਮਿਲੈ, ਜਾਂ ਭਾਗੈ ਕਾ ਉਦੋ ਹੋਏ। ਹੁਣ ਸਤਿਗੁਰੂ ਕਹਿੰਦੇ ਮੇਰੇ ਵਾਸਤੇ ਪੂਰਨ ਭਾਗ ਉਦਣ ਖੁੱਲ੍ਹ ਗਏ ਜਿੱਦਣ ਮੇਰਾ ਗੁਰੂ ਦਾ ਗਿਆਨ ਮੇਰੇ ਜੀਵਨ ਦੇ ਵਿੱਚ ਵਸਣ ਲੱਗ ਪਿਆ। ਪੂਰਾ ਭਾਗ ਸਤਿਗੁਰੂ ਮਿਲੈ, ਜਾਂ ਭਾਗੇ ਕਾ ਉਦੋ ਹੋਏ। ਹੁਣ ਉਦੋਂ ਦਾ ਅਰਥ ਹੈ ਪ੍ਰਗਟ ਹੋਣਾ, ਪ੍ਰਗਟਾਵ। ਜਿਹੜਾ ਮੇਰਾ ਮਨ ਪਹਿਲਾਂ ਵਿਕਾਰ ਸੋਚਦਾ ਸੀ, ਹਰ ਵਕਤ ਬੇਈਮਾਨੀ ਵਾਲੇ ਬੰਨੇ ਜਾਂਦਾ ਸੀ, ਪਰ ਜਦੋਂ ਗੁਰੂ ਸ਼ਬਦ ਦਾ ਪ੍ਰਗਾਸ ਚਿੱਤ ਵਿੱਚ ਹੋਇਆ ਤੇ ਗੁਰੂ ਜੀ ਨੇ ਕਿਰਪਾ ਕਰਕੇ ਉਹ ਸੋਇਆ ਹੋਇਆ ਮੇਰੇ ਅੰਦਰ ਜਿਹੜਾ ਗਿਆਨ ਸੀ ਨਾ, ਉਹ ਜਗਾ ਦਿੱਤਾ। ਜਿਹੜਾ ਮੇਰੇ ਅੰਦਰ ਸੁੱਤੇ ਹੋਏ ਸ਼ੁਭ ਗੁਣ ਸੀ, ਉਹ ਜਗਾ ਦਿੱਤੇ। ਉਹ ਜਦੋਂ ਸ਼ੁਭ ਗੁਣ ਜਾਗ ਪਏ, ਇੱਕ ਬੜਾ ਵੱਡਾ ਵਿਸ਼ਾ ਇਹਦੇ ਉੱਪਰ
ਸਾਡੇ ਅੰਦਰ ਨਾ ਹਰ ਚੀਜ਼ ਐਕਟਿਵ ਆ, ਹਰ ਚੀਜ਼ ਹੈ ਸਾਡੇ ਅੰਦਰ। ਅਸੀਂ ਐਕਟਿਵ ਕਿਵੇਂ ਕਰਦੇ ਹਾਂ? ਜਿਵੇਂ ਦਹੀਂ ਨੂੰ ਜਗਾਉਣ ਵਾਸਤੇ ਜਾਗ ਲਾਉਣੀ ਪੈਂਦੀ ਹੈ ਨਾ, ਇਵੇਂ ਸਾਡੇ ਅੰਦਰ ਵੱਖ-ਵੱਖ ਅਵਗੁਣ ਵੀ ਨੇ ਤੇ ਗੁਣ ਵੀ ਨੇ। ਜੇ ਸਾਨੂੰ ਕੁਸੰਗ ਮਿਲ ਜਾਵੇਗਾ, ਸਾਡੇ ਅੰਦਰੋਂ ਅਵਗੁਣ ਐਕਟੀਵੇਟ ਹੋ ਜਾਣਗੇ, ਪਰ ਜੇ ਸਾਨੂੰ ਸਤ ਸੰਗਤ ਗੁਰੂ ਦੀ ਮਿਲ ਜਾਵੇਗੀ, ਸਾਡੇ ਅੰਦਰ ਸ਼ੁਭ ਗੁਣ ਐਕਟੀਵੇਟ ਹੋ ਜਾਣਗੇ। ਹੁਣ ਅਸੀਂ ਦੋਵਾਂ ਦੇ ਵਿੱਚੋਂ ਕੀ ਚੁਣਨਾ ਹੈ, ਸਾਡੇ ਤੇ ਨਿਰਭਰ ਹੈ। ਹੁਣ ਸਾਹਿਬ ਕਹਿੰਦੇ, ਜਦੋਂ ਮੈਂ ਗੁਰੂ ਦੇ ਦੱਸੇ ਰਸਤੇ ਤੇ ਤੁਰਿਆ, ਜਦੋਂ ਗੁਰੂ ਦੀ ਮੱਤ ਨੂੰ ਫੋਲੋ ਕੀਤਾ, ਜਦੋਂ ਗੁਰੂ ਦੀ ਮੱਤ ਨੂੰ ਅਪਣਾਇਆ, ਪੂਰਾ ਭਾਗ ਮੇਰੇ ਵਾਸਤੇ ਉਦਣ ਸਭ ਤੋਂ ਮੁਕੰਮਲ ਮੇਰੇ ਸੁਭਾਅ ਸੀ। ਮੈਂ ਸਮਝਦਾ ਸਾਂ ਕਿ ਅੱਜ ਮੇਰੀ ਜ਼ਿੰਦਗੀ ਦਾ ਨਵਾਂ ਜੀਵਨ ਤੁਰਿਆ ਹੈ, ਜਦੋਂ ਮੇਰੇ ਜੀਵਨ ਵਿੱਚ ਚੰਗੇ ਗੁਣਾਂ ਦਾ ਪ੍ਰਗਟਾਵਾ ਹੋਇਆ, ਚੰਗੇ ਗੁਣ ਮੇਰੇ ਅੰਦਰ ਉਜਵਲ ਹੋਏ। ਸਤਿਗੁਰੂ ਜੀ ਦੇ ਗਿਆਨ ਤੇ ਕਿਰਪਾ ਦੇ ਨਾਲ ਉਹ ਸੁੱਤਾ ਹੋਇਆ ਮਨ ਜਾਗ ਪਿਆ ਤੇ ਗਿਆਨ ਦੇ ਰਸਤੇ ਤੁਰ ਪਿਆ। ਤੇ ਕੀ ਹੋਇਆ? ਮੈਂ ਆਪਣੇ ਆਪ ਨੂੰ ਹੁਣ ਬੜਾ ਵੱਡੀ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਂ ਆਪਣੇ ਸਤਿਗੁਰੂ ਦੇ ਨਾਲ ਹਾਂ, ਗੁਰੂ ਮੇਰੇ ਨਾਲ ਹੈ, ਗੁਰੂ ਦਾ ਗਿਆਨ ਮੇਰੇ ਜੀਵਨ 'ਚ ਵਸ ਰਿਹਾ। ਹੁਣ ਮੈਂ ਜਦੋਂ ਉਹਨਾਂ ਕਰਮ ਕਾਂਡ ਤੇ ਪਖੰਡ ਕਰਨ ਵਾਲੇ ਲੋਕਾਂ ਨੂੰ ਵੇਖਦਾ, ਜਿਹੜੇ ਕਿਸੇ ਦੇਹ ਨਾਲ ਜੁੜੇ ਨੇ, ਤੇ ਜਦੋਂ ਉਹ ਦੇਹ ਮਰਦੀ ਹੈ, ਮੈਂ ਜਦੋਂ ਉਹਨਾਂ ਨੂੰ ਪਰੇਸ਼ਾਨ ਹੁੰਦਾ ਵੇਖਦਾ, ਤੇ ਮੈਂ ਸ਼ੁਕਰਾਨਾ ਕਰਦਾ ਆਪਣੇ ਗੁਰੂ ਦਾ ਕਿ ਸੱਚੇ ਪਾਤਸ਼ਾਹ ਤੂੰ ਮੈਨੂੰ ਐਸਾ ਗੁਰੂ ਵਾਲਾ ਬਣਾਇਆ ਹੈ, ਜਿਸ ਗੁਰੂ ਨੇ ਨਾ ਕਦੀ ਮਰਨਾ ਹੈ, ਨਾ ਉਹਨੇ ਕਦੀ ਮਿਟਣਾ ਹੈ, ਨਾ ਉਹਨੂੰ ਕੋਈ ਰੋਗ ਆ, ਨਾ ਉਹਨੂੰ ਕੋਈ ਸੋਗ ਆ। ਐਸਾ ਮੇਰਾ ਗੁਰੂ ਜਿਹਦੇ ਕੋਲ ਬਹਿ ਕੇ ਮੈਨੂੰ ਸੋਭਾ ਹੀ ਮਿਲਣੀ ਹੈ, ਮੈਨੂੰ ਮਾਣ ਹੀ ਮਿਲਣਾ ਹੈ, ਮੈਨੂੰ ਵਡਿਆਈ ਮਿਲਣੀ ਹੈ। ਐਸੇ ਗੁਰੂ ਵਾਲਾ ਵਾਂ ਮੈਂ। ਇਸੇ ਕਰਕੇ ਮੈਂ ਸੁਹਾਗਣ ਹਾਂ। ਜਿਹੜਾ ਮੇਰਾ ਗੁਰੂ ਹੈ ਇਹ ਕਦੀ ਮੇਰੇ ਤੋਂ ਦੂਰ ਨਹੀਂ ਹੋਵੇਗਾ। ਪੂਰੇ ਭਾਗ ਸਤਿਗੁਰੂ ਮਿਲੇ, ਜਾਂ ਭਾਗੈ ਕਾ ਉਦੋਂ ਹੋਏ। ਹੁਣ ਕੀ ਹੋਇਆ? ਅੰਦਰੋਂ ਦੁੱਖ ਭਰਮ ਕੱਟੀ ਹੈ। ਹੁਣ ਗੁਰੂ ਜੀ ਨੇ ਕੀ ਕੀਤਾ? ਜਿਹੜਾ ਮੇਰੇ ਅੰਦਰ ਜਿਹੜਾ ਦੁੱਖ ਬੈਠਾ ਸੀ ਨਾ, ਇਹ ਅਸੀਂ ਸ਼ਾਇਦ ਕਈ ਵਾਰੀ ਇਹ ਸੋਚਦੇ ਹਾਂ ਕਿ ਮਨੁੱਖ ਵੱਡੀਆਂ ਗੱਡੀਆਂ ਲੈ ਕੇ ਸੁਖੀ ਹੋ ਗਿਆ ਹੋਵੇਗਾ, ਵੱਡੇ ਬੰਗਲੇ ਉਹਦੇ ਕੋਲ ਨੇ, ਉਹ ਸੁਖੀ ਹੋਵੇਗਾ। ਪਰ ਦੁੱਖ ਇੱਕ ਐਸੀ ਚੀਜ਼ ਹੈ ਜਿਹੜੇ ਇਹਨਾਂ ਪਦਾਰਥਾਂ ਤੋਂ ਨਹੀਂ ਖਤਮ ਹੋ ਸਕਦਾ, ਸਗੋਂ ਇਹ ਪਦਾਰਥਾਂ ਤੋਂ ਹੋਰ ਪਰੇਸ਼ਾਨੀਆਂ ਤੇ ਦੁੱਖ ਵੱਧਦੇ ਨੇ। ਮਨੁੱਖ ਦੇ ਅੰਦਰ ਇੱਕ ਐਸੀ ਪੀੜਾ ਰਹਿੰਦੀ ਹੈ ਜਿਹੜੀ ਗੁਰੂ ਸ਼ਬਦ ਵਿੱਚ ਟਿਕ ਕੇ ਹੀ ਖਤਮ ਹੁੰਦੀ ਹੈ, ਉਹ ਤੋਂ ਬਿਨਾਂ ਨਹੀਂ। ਕੋਈ ਦੁਨੀਆ ਦੀ ਤਾਕਤ ਨਹੀਂ ਉਹ ਦੁੱਖ ਖਤਮ ਕਰ ਦੇਵੇ। ਉਹ ਦੁੱਖ ਤੇ ਉਹ ਭਰਮ ਦਾ ਅਰਥ ਹੈ ਭੁਲੇਖੇ। ਉਹ ਭਰਮ, ਉਹ ਅੰਧ ਵਿਸ਼ਵਾਸ ਉਦੋਂ ਹੀ ਕੱਟਿਆ ਜਾ ਸਕਦਾ ਹੈ ਜਦੋਂ ਇਸ ਅੰਦਰ ਹਿਰਦੇ ਵਿੱਚ ਪ੍ਰਮਾਤਮਾ ਦਾ ਗਿਆਨ ਵਸੇਗਾ, ਜਦੋਂ ਮਨੁੱਖ ਅੰਦਰੋਂ ਬਾਹਰੋਂ ਇੱਕ ਚਿੱਤ ਹੋ ਕੇ ਗੁਰੂ ਦੇ ਉੱਤੇ ਭਰੋਸਾ ਕਰੇਗਾ। ਹਜੇ ਅਸੀਂ ਕੇਵਲ ਮੱਥੇ ਟੇਕ ਰਹੇ ਹਾਂ, ਭਰੋਸਾ ਨਹੀਂ ਗੁਰੂ ਤੇ, ਵਿਸ਼ਵਾਸ ਨਹੀਂ ਬਣਾ ਪਾਏ। ਜਿੱਦਣ ਵਿਸ਼ਵਾਸ ਗੁਰੂ ਜੀ ਤੇ ਬਹਿ ਗਿਆ ਨਾ, ਅੰਦਰੋਂ ਦੁੱਖ ਭਰਮ ਕੱਟੀ ਹੈ, ਉਦਣ ਅੰਦਰੋਂ ਜਿਹੜਾ ਦੁੱਖ ਆ ਨਾ, ਜਿਹੜਾ ਨਿਤ ਵਿਕਾਰਾਂ ਦਾ, ਕ੍ਰੋਧ ਦਾ, ਲੋਭ ਦਾ ਜੋ ਅੰਦਰ ਦੁੱਖ ਲੱਗਾ ਹੈ, ਉਹ ਕੱਟਿਆ ਜਾਵੇਗਾ। ਭਰਮ ਦਾ ਅਰਥ ਹੈ ਭੁਲੇਖੇ, ਉਹ ਜੀਵਨ ਦੇ ਵਿੱਚੋਂ ਮਿਟ ਜਾਣਗੇ। ਸੁੱਖ ਪ੍ਰਾਪਤ ਹੋਏ। ਸੁੱਖ ਇੱਥੇ ਦੁਨਿਆਵੀ ਸੁੱਖ ਨਹੀਂ, ਸੁੱਖ ਹੈ ਇੱਥੇ ਚੜ੍ਹਦੀ ਕਲਾ, ਆਤਮਿਕ ਆਨੰਦ ਤੇ ਆਤਮਿਕ ਖੇੜਾ, ਜਿਹਦੇ ਵਿੱਚ ਦੁੱਖ ਸੁੱਖ ਦੋਵੇਂ ਬਰਾਬਰ ਨੇ। ਉਹਦੇ ਵਿੱਚ ਇੱਕ ਹੀ ਭਾਵਨਾ ਹੈ, ਰਜ਼ਾ ਤੇ ਭਾਣੇ ਵਿੱਚ ਤੁਰਨ ਦੀ। ਜੋ ਗੁਰੂ ਜੀ ਦੇ ਰਿਹਾ, ਜੋ ਗੁਰੂ ਜੀ ਦਾ ਹੁਕਮ ਆ, ਉਹਨੂੰ ਐਜ਼ ਇਟ ਇਜ਼ ਸਵੀਕਾਰ ਕਰ ਲਿਆ। ਉਹਦੇ ਵਿੱਚ ਨਾ ਬਿਨਾਂ ਸ਼ੱਕ ਗੁਰੂ ਦੀ ਮੱਤ ਤੇ ਤੁਰਨਾ, ਬਿਨਾਂ ਸ਼ਰਤ ਗੁਰੂ ਦੇ ਹੁਕਮ ਤੇ ਤੁਰਨਾ। ਇਹ ਆ ਗੁਰਸਿੱਖ ਦਾ ਜੀਵਨ। ਅੰਦਰੋਂ ਦੁੱਖ ਭਰਮ ਕੱਟੀ ਹੈ, ਸੁੱਖ ਪ੍ਰਾਪਤ ਹੋਏ। ਗੁਰ ਕੈ ਭਾਣੈ ਜੋ ਚੱਲੈ। ਹੁਣ ਗੁਰੂ ਜੀ ਗੱਲ ਖੋਲਦੇ ਨੇ ਹੋਰ ਬੜੀ ਪਿਆਰੀ। ਗੁਰ ਕੈ ਭਾਣੈ ਜੋ ਚੱਲੈ, ਦੁੱਖ ਨਾ ਪਾਵੈ ਕੋਇ। ਸਭ ਕਹਿੰਦੇ ਜਿਹੜਾ ਮਨੁੱਖ ਗੁਰੂ ਜੀ ਦੇ ਰਜ਼ਾ ਵਿੱਚ ਤੁਰ ਪਵੇ, ਹੁਕਮ ਤੇ ਤੁਰ ਪਵੇ, ਉਹ ਕਦੀ ਵੀ ਉਹਨੂੰ ਦੁੱਖ ਨਹੀਂ ਆਉਂਦਾ। ਉਹ ਦੁਖੀ ਹੁੰਦਾ ਹੀ ਨਹੀਂ, ਕਿਉਂਕਿ ਉਹ ਤੇ ਸਿਰ ਮੱਥੇ ਤੇ ਗੁਰੂ ਦੀ ਰਜ਼ਾ ਨੂੰ ਕਬੂਲ ਕਰ ਲੈਂਦਾ ਹੈ, ਗੁਰੂ ਜੀ ਦੇ ਭਾਣੇ ਨੂੰ ਕਬੂਲ ਕਰ ਲੈਂਦਾ ਹੈ, ਗੁਰੂ ਜੀ ਦੇ ਹੁਕਮ ਨੂੰ ਐਕਸੈਪਟ ਕਰ ਲੈਂਦਾ ਹੈ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ। ਸਹਿਜੇ ਦਾ ਅਰਥ ਹੈ ਸਹਿਜ ਦੀ ਅਵਸਥਾ। ਹੁਣ ਸਹਿਜ ਦੀ ਅਵਸਥਾ ਉੱਤੇ ਬੜੀ ਵੱਡੀ ਐਕਸਪਲੇਨੇਸ਼ਨ ਹੈ।
बड़ी वड्डी डेफिनेशन है, बड़ा वड्डी डिटेल है ये उपर कि जे आप ये उपर सहज नूं एक्सप्लेन करना शुरू करिए भी सहज की है। सहज एक ऐसी अवस्था है जिथे मनुख दे विचार, मनुख दीयां मनोकामनावां, मनुख दीयां भावनावां सारियां निर्मल हो जांदियां ने, जिथे मनुख नूं बिना किसी लालच, बिना किसी लोभ तो ਉਹਦੇ अंदर प्रेम ते प्रीत वसन लग पैंदी है। जिवें तुसीं देखो ना, समुंदर दे उपर बहुत ज़्यादा शोर हुंदा लहरां दा, पर जिवें जिवें समुंदर की गहराई में जाए जाओगे उत्थे एक सुकून है, एक सहज है, कोई आवाज़ नहीं है। इवें ही जब तक असी उपर उपरिया ना मनदे, बड़ा शोर है, विकारां दा शोर है, माया दा शोर है, लालच दा शोर है। पर जितना जितना गुरबाणी गुरु शब्द नूं समझदे जाने आ, गुरु नाल अपना चित्त जोड़ते जाने आ, मन नूं समझाउंदे जाने आ, ते समझदियां एक दिन वो अवस्था आ जाती है, संसार दा शोर शराबा, लालच लोभ दियां पुकारां फिर मनुख ते असर नहीं कर पाउंदियां। फिर अंदर एक सुकून है, एक शांति है, एक आत्मा का ऐसा टिकाव है, एक ऐसा खेड़ा है जिहदे विच खुशी खुशी है, खुशी खुशी है, गमी ना दी कोई गल ही कोल नहीं। आनंद पूरा है, पूरा गुरु जी का ज्ञान अंदर वस गया है। फिर अंदर जदों ऐसी अवस्था बनती है, गुर के भाणे विच अमृत है, फिर ऐसा गुरु का ज्ञान रूपी अमृत मिलता है जो मौत तो रहत कर दिंदा है। किहड़ी मौत तो रहत? आत्मिक मौत तो। साडी आत्मा विकारां विच बार बार मरती है। असी शरीर नूं पेंट कोट नाल ढक लिया है, वधिया कपड़ियां नाल ढक लिया है, पर अंदर आत्मा नूं पुछ के वेखो आत्मा किन्नी बार बार मरदी है। आत्मा दी सवेर तो लैके शाम तक पता नहीं किन्नी वारी असी आत्मा दा बिबान कढ़दे हां, आत्मा दी चिखा जलाउने हां, किन्नी वारी इस आत्मा नूं असी दुखी करदे हां, आत्मा दे उत्ते घात करदे हां, वार करदे हां, क्योंकि साडा मन सिवाए लालच तो उपर उठ ही नहीं पाउंदा। गुरु जी की बाणी जो जीवन च वसदी है, गुरु मत की घाट घड़ी जाती है, अंदर एक सहज ते प्रेम आउंदा है। वो ऐसा ज्ञान आ जो मनुख की आत्मा नूं मौत तो रहत कर दिंदा है। भाव उस जमीर तो नीवा नहीं हुंदा, वो होछा नहीं पैंदा, उहदे अंदर सच टिक जाता है। जिन्ना परापत तिन पिया। फिर जिहड़े मनुख जिहड़े गुरु दे सिख गुरु की मत ते तुरदे हन, उन्हां नूं ऐसा सच ज्ञान रूपी जिंदगी देने वाला अमृत मिल जाता है, तो वो फिर नित गुरु के शब्द विचों, गुरु जी के ज्ञान विचों इस अमृत रूपी रस नूं पींदे हन, हौमे विचों जाए, ते उन्हां दे नतीजे की निकलते हैं? उन्हां दे विचों मैं मेरी हौमे अहंकार दूर हो जाता है। आखिरीਆਂ पंक्तियां अज दे पावन शब्द दियां। नानक गुरमुख नाम ध्याईऐ, सच मिलावा होए। नानक जी संबोधन करते गुरु अमरदास साहब जी, नानक गुरमुख नाम ध्याईऐ। हे नानक, सतगुरु पूर्ण गुरु शब्द गुरु ग्रंथ साहिब जी की शरण विच पै के, गुरु शब्द गुरु के उपदेशों नूं जीवन विच वसा के सदा परमात्मा नूं चेते रखिया कर। फिर की होवेगा? सच मिलावा होए। उस सच परमात्मा की याद की कृपा दे नाल सदा उस परिपूर्ण परमात्मा के ज्ञान दे विच टिकण दे नाल तेरे चित्त विच शुभ गुणां दा प्रकाश हो जाएगा, मन चढ़दी कला ते खेड़े विच रवेगा। फिर तू आनंद ही आनंद तेरे जीवन विच होवेगा, प्रेम ही प्रेम होवेगा। नानक गुरमुख नाम ध्याईऐ, सच मिलावा होए। ते सदा वास्ते सच्चे परमात्मा रूपी पति का मिलाप हो जाएगा। सो कितना प्यारा शब्द है। गुरबाणी सानू कितना गोझ ज्ञान दिंदी है। देखो, भोजन असी रोज़ सवेरे तैयार करते हैं, थाली विच पा के तुहाडे सामने रख दिता जाता। मैं भी विच ही हाँ, आप रल के
1 ਘੰਟੇ ਦੇ ਵਿੱਚ ਜਿਹੜਾ ਅੱਧਾ ਪੌਣਾ ਘੰਟਾ ਆਪਾਂ ਲਾਇਆ ਹੈ, ਇਹਦੇ ਵਿੱਚ ਆਪਾਂ ਆ ਸੱਚ ਦਾ ਭੋਜਨ ਤਿਆਰ ਕੀਤਾ ਹੈ ਗੁਰੂ ਦੇ ਕੋਲੋਂ। ਹੁਣ ਇਹ ਤੁਹਾਡੇ WhatsApp ਤੇ ਵੀ ਆ ਜਾਣਾ ਹੈ। ਇਹ ਭੋਜਨ ਜਿਹੜਾ ਤਿਆਰ ਹੋ ਗਿਆ WhatsApp ਤੇ ਵੀ ਆ ਜਾਣਾ ਹੈ, Facebook ਤੇ ਵੀ ਪਿਆ ਹੈ। ਹੁਣ ਇਹ ਤੇ ਜੇ WhatsApp ਰੂਪੀ ਭਾਂਡੇ 'ਚ ਹੀ ਪਿਆ ਰਹਿ ਗਿਆ ਜਾਂ Facebook ਰੂਪੀ ਬਰਤਨ 'ਚ ਹੀ ਪਿਆ ਰਹਿ ਗਿਆ, ਕੰਨਾਂ ਤੋਂ ਸੁਣਿਆ ਇੱਥੇ ਹੀ ਛੱਡਤਾ, ਲਾਹਾ ਨਹੀਂ ਮਿਲਣਾ। ਇਹਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ। ਆ ਸਾਡੀ ਮਿਹਨਤ ਆ ਜਿਹੜੀ ਆਪਾਂ ਰਲ ਮਿਲ ਕੇ ਕਰਦੇ ਹਾਂ ਨਾ, ਇਹ ਸਫਲ ਕਦੋਂ ਹੋਣੀ ਹੈ? ਜਦੋਂ ਇਸ ਭੋਜਨ ਨੂੰ ਅਸੀਂ ਛਕਣਾ ਹੈ। ਚਮਚਾ ਚਮਚਾ ਕਰਕੇ ਭਾਵੇਂ ਰੋਜ਼ ਛਕੀਏ, ਪਰ ਵੀਰ ਮੇਰੇ ਉਹ ਛਕਿਓ ਜ਼ਰੂਰ, ਕਿਉਂਕਿ ਗੁਰੂ ਜੀ ਕਹਿੰਦੇ ਨੇ ਇਹ ਐਸਾ ਭੋਜਨ ਹੈ, ਸਕੂਨ ਦੇਵੇਗਾ, ਆਨੰਦ ਦੇਵੇਗਾ, ਪਿਆਰ ਦੇਵੇਗਾ। ਪਿਆਰ ਵਾਲੇ ਬਣੀਏ। ਸਾਡੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣੇ ਚਾਹੀਦੇ ਨੇ। ਸਿੱਖ ਦੇ ਵਿੱਚ ਜਦੋਂ ਤੁਸੀਂ ਸਵੇਰੇ ਉੱਠ ਕੇ ਸ਼ੀਸ਼ੇ ਦੇ ਸਾਹਮਣੇ ਆਪਣੀ ਦਸਤਾਰ ਸਜਾਉਂਦੇ ਆ ਨਾ, ਕਿਤੇ ਆਪਣੇ ਮਨ 'ਚ ਇੱਕ ਫੁਰਨਾ ਚੇਤੇ ਕਰਕੇ ਵੇਖਿਓ ਕਿ ਮੇਰਾ ਗੁਰੂ ਵੀ ਇੰਨਾ ਹੀ ਖੂਬਸੂਰਤ ਹੋਵੇਗਾ, ਜਿਹੜਾ ਗੁਰੂ ਨੇ ਮੈਨੂੰ ਇੰਨਾ ਖੂਬਸੂਰਤ ਚਿਹਰਾ ਆਪਣਾ ਦਿੱਤਾ ਹੈ, ਬਾਣਾ ਦਿੱਤਾ ਹੈ। ਤੁਹਾਡੀਆਂ ਅੱਖਾਂ ਨਾ ਵਿਸਮਾਦ ਹੋ ਜਾਣ ਤੇ ਤਾਂ ਕਹਿ ਦਿਓ। ਰੂਹ ਕੰਬ ਜਾਂਦੀ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਹਿੱਲ ਜਾਂਦਾ ਹੈ ਬੰਦਾ ਜਦੋਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਦਸਤਾਰ ਬੰਨ੍ਹ ਕੇ ਜਦੋਂ ਗੁਰੂ ਨੂੰ ਚੇਤੇ ਕਰਕੇ ਖੜਦਾ ਹੈ। ਫਿਰ ਬੰਦੇ ਦੇ ਅੰਦਰ ਬੈਠੇ ਜਿਹੜੇ ਅਵਗੁਣ ਨੇ ਨਾ, ਬੰਦਾ ਉਹਨਾਂ ਨਾਲ ਲੜਨ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ। ਸੋ ਆਓ ਵੀਰ ਮੇਰਿਓ, ਰਲ ਮਿਲ ਕੇ ਗੁਰੂ ਵਾਲੇ ਬਣੀਏ। ਗੁਰੂ ਸ਼ਬਦ ਦਾ ਪ੍ਰਗਾਸ ਚਿੱਤ ਵਿੱਚ ਹੋਵੇ, ਗੁਰੂ ਦੀ ਮੱਤ 'ਤੇ ਤੁਰੀਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਖਰ ਪ੍ਰਭਾਪੇ ਮੇਲੇ। ਬੇਅੰਤ ਭੁੱਲਾਂ ਗਲਤੀਆਂ ਗੁਰੂ ਸ਼ਬਦ ਦੇ ਉਚਾਰਨ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣ ਜੋਗੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ